जी का खालसा वाहिगुरू जी की फतेह। गुर समझावे सोची होई, गुरमुख विरला जय कोई। कि असी वो विरले बन सकते हैं गुरबाणी की विचार द्वारा। इस छोटे जे उपराले विच सारियां नूं जी आयां नूं। साडी इस आनंद साहब बाणी की जिहड़ी एक अनुभवी तौर पर विचार सत्ता अपने शार्प करते हुए जो असी एक एक्सपीरियंस से तुरे हाँ, एक जर्नी ते तुरे हाँ। अज उसकी सैकेंड लास्ट क्लास है। आओ असी अपनी चढ़ती कला की अरदास सारे मिलके पढ़िए और फिर अज की विचार पौड़ी नंबर 33 को शुरू करते हैं। ऐसो जन बिरलो है सेवक, जो तत्व जोग को बीतै। दुख नाही सब सुख ही है रे, एक ही नेतै। बुरा नहीं सब भला ही है रे, हार नहीं सब जीतै। सोग नहीं सदा हरखी है रे, छोड़ नहीं किछ लेतै। कहो नानक जन हर 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 है, कत आवे कत रमतै। पौड़ी 33। ए शरीरा मेरा हर तुम में जोत रखी, ता तू जग में आया। हर जोत रखी तुद विच, ता तू जग में आया। हर आपे माता आपे पिता, जिन जियो उपाय जगत दिखाया। गुर प्रसादी बुझिया, ता चलत हुआ चलत नगरी आया। कहे नानक सृष्टि का मूल रचया, जोत राखी ता तू जग में आया। हुण तक सानू अंडर द लाइन्स, इन बिटवीन द लाइन्स जिहड़े भाव अर्थ ने उन्हां तक जाण दी थोड़ी जी वादी बन चुकी है। सो भाव अर्थां नूं सामने रखते हुए जे इस पौड़ी नूं असीं विचारते हाँ। ए शरीरा मेरिया कर तुमने जोत रखी ता तू जग में आया। जे असी कुछ भी एक सिंपल बंदा जिन्हों पंजाबी आंदी होवे ते जदों वो पाठ पढ़े ते वो इस ते किवें इंटरप्रिटेशन लै सकदा है। थोड़ा जिहा तुहाडे विचों कोई सांझ पा दिओ, क्योंकि विचार की सतह ते हमेशा सैकेंडरी होंदी है। पहले तो असीं किसी नूं कहने आओ बाणी पढ़ना सीखिए, पढ़न की प्रैक्टिस करिए, दैन कम सैकेंड के आओ विचार भी करिए। तो उसका किस तरीके दे नाल असीं दा अर्थ लांगे जो तुहानूं वादी पै गई है कि आओ पाठ करिए बैठ के। like ਵਾਹਿਗੁਰੂ ਜੀ ਨੇ ਤੁਹਾਡੇ ਵਿੱਚ ਜੋਤ ਰੱਖੀ ਐਂਡ ਦੈਨ ਯੂ ਆਰ ਬੋਰਨ ਦ ਲਾਈਫ ਬੇਸਿਕ ਕਹੀ ਹੋਇਆ ਨਾ ਕਿ ਲਾਈਫ। ਸੋ ਉਹ ਲਾਈਫ ਜੇ ਅਸੀਂ ਕਹਿੰਦੇ ਆ ਦੈਟ ਇਜ਼ ਜਿਹਨੂੰ ਅਸੀਂ ਸਵਾਸ ਕਹਿੰਦੇ ਸਵਾਸ ਰੱਖੇ ਨੇ ਪਾਏ ਨੇ ਤੇ। ਸੋ ਦੈਟ ਮੀਨਸ ਕਿ ਇਹ ਹੋਇਆ ਕਿ ਜੇ ਅਸੀਂ ਸਵਾਸ ਲੈਂਦੇ ਆ ਨਿਯਮਾਵਲੀ ਵਿੱਚ ਤਾਂ ਸਾਨੂੰ ਪਤਾ ਹੀ ਹੈ ਕਿ ਕੁਦਰਤ ਦੇ ਨਿਯਮ ਦੇ ਵਿੱਚ ਜਦੋਂ ਅਸੀਂ ਆਉਂਦੇ ਆ ਤਾਂ ਸਵਾਸ ਸਾਨੂੰ ਮਿਲਦੇ ਨੇ। ਪਰ ਅਸੀਂ ਕੀ ਕਰ ਰਹੇ ਹਾਂ ਇੱਥੇ ਆਨੰਦ ਦੀ ਪੌੜੀ ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਹਾਂ। ਦੈਟ ਇਜ਼ ਆਵਰ Is it referring to the light of wisdom? Light of wisdom, very near, yes. क्यों ਅਸੀਂ ਥੋੜਾ ਜਿਹਾ ਵੀ ਸੋਚਣਾ ਹੈ। ਜਦੋਂ ਇੱਕ ਵਾਦੀ ਪਾਈਏ ਅਸੀਂ, ਮੈਂ ਨਾ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦਾ ਇੱਕ ਨਵਾਂ ਜਿਹਾ ਤਰੀਕਾ I don't know, maybe other people use ਕਰਦੇ ਹੋਣੇ, ਪਰ ਮੇਰਾ ਕਾਫੀ ਇਫੈਕਟਿਵ ਹੁੰਦਾ ਜਦੋਂ when I do it। हर एक लफज ਨੂੰ ਨਾ ਮੈਂ ਉਹਨਾਂ ਦੀ ਇਮੇਜ ਫਾਰਮੇਸ਼ਨ ਕਰਵਾਉਣੀ ਆ ਮਾਈਂਡ ਵਿੱਚ। ਸੋ ਵਨਸ ਦੈਟ ਇਮੇਜ ਇਜ਼ ਫਾਰਮ, ਯੂ ਨੋ,
ਤੇ ਜਦੋਂ ਉਹ ਲਫ਼ਜ਼ ਬੋਲਦੀਆਂ ਤੇ ਆਲਮੋਸਟ ਉਹ ਨੇੜੇ ਤੇੜੇ ਦਾ ਠੀਕ ਹੀ ਲਿਖਦੇ ਨੇ, ਬਿਕਾਜ਼ ਇਮੇਜ ਰਿਪਰੋਡਿਊਸ ਹੋ ਜਾਂਦੀ ਹੈ ਨਾ, ਕ੍ਰੀਏਟ ਕੀਤੀ ਕੋਈ। ਉਹਨਾਂ ਨੂੰ ਇਦਾਂ ਕਰਦੀਆਂ, ਜਿਵੇਂ ਫॉर ਐਗਜ਼ਾਮਪਲ ਮੈਂ ਪੜ੍ਹਾਉਣਾ ਹੈ ਕਿ ਗੰਨਾ, ਹੁਣ ਗੰਨਾ ਉਹਨਾਂ ਨੂੰ ਪੜ੍ਹਾਉਣਾ ਹੈ ਤੇ ਉਹਨਾਂ ਨੂੰ ਪਹਿਲੇ ਟਿੱਪੀ ਸਿਖਾ ਦਿੱਤੀ, ਟਿੱਪੀ ਸਿਖਾਉਣ ਤੋਂ ਬਾਅਦ ਰੀਡ ਕਰਵਾਇਆ। ਹੁਣ ਰੀਡ ਕਰਨ ਤੋਂ ਬਾਅਦ ਜਦੋਂ 2 ਵਾਰੀ ਰੀਡ ਕਰ ਲੈਂਦੇ ਨੇ, ਆਈ ਆਸਕ them ਟੂ ਕਲੋਜ਼ ਦਾ ਆਈਜ਼। ਮੈਂ ਬੋਲ ਰਹੀ ਹਾਂ ਗੰਨਾ, ਸੋ ਸੀ ਕਿਹੜੀ ਸਪੈਲਿੰਗ ਸਾਹਮਣੇ ਆ ਰਹੇ ਨੇ। ਸੋ ਜੇ ਮੈਂ ਪੜ੍ਹਾਏ ਸੀ, ਜੇ ਉਹ ਵਾਲੇ ਆ ਗਏ ਨੇ ਤੇ ਉਸ ਨੂੰ ਸੇਵ ਕਰ ਲਓ, ਸੇਵ ਦਾ ਇਮੇਜ। ਆਈ ਟੀਚ them in a computer language, save it। ਤੇ ਜੇ ਕੋਈ ਕਹਿੰਦਾ ਕਿ ਨਹੀਂ ਮੈਂ ਉੱਤੇ ਬਿੰਦੀ ਪਾਈ, ਹੁਣ ਫਿਰ delete it। ਸੋ ਉਹਨਾਂ ਨੂੰ ਕੰਪਿਊਟਰ ਲੈਂਗੁਏਜ ਵਿੱਚ ਦੇਣੀ ਆ ਐਂਡ ਦੇ ਰਜਿਸਟਰ ਇਟ ਵੈਲ। ਤੇ ਉਹ ਜਿਹੜੇ ਛੋਟੇ ਬੱਚੇ ਨੇ ਉਹ ਵੀ ਅੱਜ ਸਵੇਰੇ ਸੈਂਟੈਂਸ ਲਿਖਣੇ ਸ਼ੁਰੂ ਹੋ ਗਏ, ਔਰ ਕੱਲ ਵਾਲੇ ਬੱਚਿਆਂ ਨੇ ਵੀ ਦੇ ਡਿਡ ਵੈਰੀ ਵੈਲ ਬੇਸਡ ਔਨ ਦਿਸ, ਬਿਕਾਜ਼ ਇਟ ਇਜ਼ देयर ਲੈਂਗੁਏਜ, ਦੇ ਅੰਡਰਸਟੈਂਡ ਐਂਡ ਦੈਨ ਦੇ ਆਰ ਏਬਲ ਟੂ ਪ੍ਰੋਸੈਸ ਇਟ। ਕਿ ਹਾਂ, ਉਹਨਾਂ ਨੂੰ ਸਾਰੇ ਐਗਜ਼ਾਮਪਲਸ ਦੇਖ ਕੇ ਕਿ ਕਿਵੇਂ ਮਾਸੀ ਦਾ ਫੋਨ ਆਏ ਤੇ ਤੁਸੀਂ ਇਹ ਨਹੀਂ ਕਹਿੰਦੇ ਭੂਆ ਦਾ ਆਇਆ, ਮਾਸੀ ਦਾ ਆਇਆ, ਬਿਕਾਜ਼ ਯੂ ਹੈਵ ਆਲਰੇਡੀ ਫੀਡਡ ਮਾਸੀਜ਼ ਵੌਇਸ ਹੇਅਰ, ਹੈ ਨਾ। ਸੋ ਇਸ ਤਰ੍ਹਾਂ ਦੇ ਸਾਰੇ ਐਗਜ਼ਾਮਪਲ ਦੇ ਕੇ ਨਾਓ, ਸੋ ਵਾਟ ਯੂ ਆਰ ਫੀਡਿੰਗ ਟੂਡੇ, ਹੈ ਨਾ, ਅੰਦਰ। ਸੋ ਤੁਸੀਂ ਉਸੇ ਤਰੀਕੇ ਦੇ ਨਾਲ ਉਸਨੂੰ ਰੀਪਰੋਡਿਊਸ ਕਰਨਾ ਹੈ। ਸੋ ਮੈਂ ਉਹ ਸਭ ਨੂੰ ਅੱਖਾਂ ਬੰਦ ਕਰਵਾ ਦਿੰਦੀ ਹਾਂ ਐਂਡ ਕਿਸੇ ਨੂੰ ਪੁੱਛ ਲੈਣੀ ਆ, ਤੂੰ ਕੀ ਰਜਿਸਟਰ ਕੀਤਾ ਸੀ ਤੁਸੀਂ ਹੁਣੇ? ਸੋ ਹੀ ਸੇਵ ਇਟ, ਸੋ ਦੈਨ ਆਈ ਸੇ ਨੋ ਡਿਲੀਟ ਇਟ, ਯੂ ਨੋ, ਰਾਈਟ ਇਟ। ਸੋ ਦੈਟਸ ਅ ਪ੍ਰੋਸੈਸ। ਬਸ ਉਹਨਾਂ ਦੀ ਰਜਿਸਟਰ ਕਰਨ ਦੀ ਕਪੈਸਿਟੀ ਬਣ ਰਹੀ ਹੈ। ਹਾਂ, ਰਜਿਸਟਰ ਕਰਨ ਦੀ, ਐਂਡ ਦੇ ਅੰਡਰਸਟੈਂਡ। ਉਹਦੇ ਨਾਲ ਕਾਫੀ ਸਾਰੇ ਹੋਰ ਵੀ ਕਨਸੈਪਟ ਸਮਝ ਆ ਰਹੇ ਨੇ ਕਿ ਕਿਹੜੇ ਕਿਹੜੇ ਡਿਲੀਟ ਕਰਨੇ ਨੇ। ਛੋਟੇ ਛੋਟੇ ਬੱਚੇ ਨੇ, ਨਿਆਣੇ ਨੇ, ਪਰ ਬੜੀ ਹੈਵੀ ਲੈਂਗੁਏਜ ਬੋਲਣਾ ਸ਼ੁਰੂ ਹੋ ਗਏ ਨੇ ਹੁਣੇ ਤੋਂ ਹੀ। ਸੋ ਆਈ ਥਿੰਕ ਇਟਸ ਗੁੱਡ, ਕਿਉਂਕਿ ਕੈਪੈਸਿਟੀ ਤਾਂ ਹੁੰਦੀ ਹੈ ਉਹਨਾਂ ਸਭ ਕੋਲ। ਸੋ ਇਹਦੇ ਵਿੱਚ ਵੀ ਮੈਂ ਤੁਹਾਨੂੰ ਇਹ ਕਹਿਣਾ ਚਾਹ ਰਹੀ ਸੀ, ਉਹ ਐਗਜ਼ਾਮਪਲ ਨੂੰ ਯੂਜ਼ ਕਰਕੇ, ਕਿ ਅਸੀਂ ਜਦੋਂ ਪੜ੍ਹਦੇ ਹਾਂ ਤੇ ਅਸੀਂ ਇੱਕ ਲੈਬ ਵਿੱਚ ਪੜ੍ਹਨ ਦੇ ਯੂਜ਼ ਟੂ ਹੁੰਦੇ ਹਾਂ ਸਾਰੇ, ਸਾਨੂੰ ਮਜ਼ਾ ਵੀ ਆਉਂਦਾ ਹੈ, ਚੰਗਾ ਵੀ ਲੱਗਦਾ ਹੈ। ਪਰ ਉਹਦੇ ਵਿੱਚ ਕੀ ਹੁੰਦਾ, ਜੋ ਅਸੀਂ ਲੈਬ 'ਚ ਪੜ੍ਹਦੇ ਹਾਂ ਉੱਤੇ ਤੇ ਸਾਨੂੰ 2 ਤੁਕਾਂ ਧਿਆਨ 'ਚ ਆਉਂਦੀਆਂ, ਤੀਜੀ ਚੌਥੀ ਸਿਰਫ ਰਾਈਮ ਹੀ ਬਣ ਕੇ ਰਹਿ ਜਾਂਦੀ ਹੈ। ਐਮ ਆਈ ਰਾਈਟ? ਐਂਡ ਤੱਕ ਆਉਂਦੇ ਹਾਂ ਤੇ ਅਟੈਂਸ਼ਨ ਥੋੜੀ ਜੀ ਘੱਟ ਜਾਂਦੀ ਹੈ ਐਂਡ ਜ਼ਿਆਦਾ ਅਟੈਂਸ਼ਨ ਰਾਈਮ ਦਾ ਮਜ਼ਾ ਆਉਣਾ ਸ਼ੁਰੂ ਹੋ ਜਾਂਦਾ ਹੈ। ਉਸ ਕੇਸ ਦੇ ਵਿੱਚ ਜਿਵੇਂ ਇਹ ਵਾਲਾ ਹੈ, ਫॉर एग्जांपल, ਹੁਣ ਅਖੀਰ ਦੀ ਤੁਕ ਸੀ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੇ ਆਇਆ। ਅਸੀਂ ਇੱਥੇ ਪੌਜ਼ ਨਹੀਂ ਕਰ ਪਾਏ ਵੀ ਕਿਹੜਾ ਮੇਰੇ ਮੂਲ ਹੈ ਨਾ, ਰਚਣ ਵਾਲੀ ਕਿਹੜੀ ਗੱਲ ਹੈ। ਸੋ ਜੇ ਇੱਥੇ ਹੋਏ ਦਿਮਾਗ ਦੇ ਵਿੱਚ ਕੁਐਸਚਨ ਮਾਰਕ ਆਵੇ, then we know, we think ਉਹ ਨਹੀਂ, ਉਹ ਸਰਫੇਸ ਤੋਂ ਨੀਚੇ ਵਾਲੀ ਗੱਲ ਚੱਲ ਰਹੀ ਹੈ ਉੱਪਰ। ਸੋ we have to like just used to ਕਿ ਵੀ ਅਸੀਂ ਆਦਤ ਪਾਣੀ ਹੈ ਕਿ ਅਖੀਰਲੀ ਲਾਈਨ ਤੱਕ ਧਿਆਨ ਨਾਲ ਪੜ੍ਹੀਏ ਕਿ ਉਹਦੇ ਵਿੱਚ ਹੀ ਕੁਐਸਚਨ ਬਣ ਜਾਣ। ਕਈ ਲੋਕ ਮਿਲਦੇ ਨੇ, ਉਹ ਕਹਿੰਦੇ ਨੇ ਮੈਂ ਜਪਜੀ ਸਾਹਿਬ ਤੋਂ ਨਾ ਬਾਣੀ ਤੋਂ ਅੱਗੇ ਹੀ ਨਹੀਂ ਗਿਆ ਪੜ੍ਹਨ ਵਾਸਤੇ। ਤੇ ਕਿਉਂ ਨਹੀਂ ਗਏ? ਕਿਉਂਕਿ ਮਾਈ ਕੁਐਸਚਨਸ ਆਰ ਨਾਟ ਸੋਲਵਡ। ਆਈ ਮੈਟ ਕਪਲ ਆਫ ਪੀਪਲ ਜਿਹੜੇ ਉਹ ਕਹਿੰਦੇ ਨੇ ਨਹੀਂ, ਮੇਰੇ ਕੋਲ ਹਿੰਮਤ ਹੀ ਨਹੀਂ ਹੁੰਦੀ ਅੱਗੇ ਪੜ੍ਹਨ ਦੀ, ਬਿਕੋਜ਼ ਆਲਵੇਜ਼ ਕੁਐਸਚਨ ਮਾਰਕ, ਆਈ ਸਟਾਪ ਦੇਅਰ। ਸੋ ਇਟਸ ਅ ਗੁੱਡ ਪ੍ਰੈਕਟਿਸ। I mean, that doesn't mean कि ਅਸੀਂ ਪਾਠ ਨਾ ਕਰੀਏ, but it's a good practice to at least put question marks ਕਿ ਵੀ ਇਹ ਮੇਰੇ ਵਾਸਤੇ ਸਵਾਲ ਨੇ। ਇਹ ਹੈ ਇੰਦਰਪ੍ਰੀਤ ਨੇ, ਇਹ ਸ਼ਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ। ਅਸੀਂ ਆਨੰਦ ਦੀ ਬਾਣੀ ਪੜ੍ਹ ਰਹੇ ਹਾਂ ਤਾਂ ਡੈਫੀਨੇਟਲੀ ਅਸੀਂ ਸਮਝ ਰਹੇ ਹਾਂ ਕਿ ਕਿਹੜੀ ਜੋਤ। ਦੇਖੋ ਤੁਸੀਂ ਲਾਸਟ ਦੇ ਵਿੱਚ ਥੋੜੀ ਨਾ ਕਨੈਕਸ਼ਨ ਬਣਾਓ। ਲਾਸਟ ਕਨੈਕਸ਼ਨ ਕੀ ਹੈ? ਕਹੇ ਨਾਨਕ ਹੋਰ ਅਨ ਰਸ ਸਭ ਵਿਸਰੈ, ਜਾਂ ਹਰ ਵਸੈ ਮਨ ਆਏ। ਇਹ ਜਦੋਂ ਉਸ ਦਾ ਸੱਚ ਅੰਦਰ ਵਸ ਗਿਆ ਤਾਂ ਮਨ ਉਸ ਸੱਚ ਵਸੇ ਅਵਸਥਾ ਦੇ ਵਿੱਚ ਕਹਿ ਰਿਹਾ, ਇਹ ਸ਼ਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ। ਸੋ ਦੈਟ ਮੀਨਸ ਇਹ ਰੂਹਾਨੀ ਜੋਤ, ਰੂਹਾਨੀ ਪ੍ਰਕਾਸ਼, ਗਿਆਨ ਦਾ ਪ੍ਰਕਾਸ਼, ਵਿਜ਼ਡਮ ਦੇ ਨਾਲ ਜੇ ਟੁਕਾਉਂਦੇ ਆ ਤਾਂ ਸਾਨੂੰ ਡੈਫੀਨੇਟਲੀ ਬੈਟਰ ਆਪਣੇ ਆਨੰਦ ਦਾ ਮਾਰਗ ਮਿਲਦਾ ਹੈ। ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੇ ਆਇਆ। ਜਿਹੜਾ ਫਿਜ਼ੀਕਲ ਲੈਵਲ ਦੇ ਉੱਤੇ ਪੂਰਾ ਉਹਨਾਂ ਨੇ ਸੰਸਾਰ ਰਚਿਆ ਹੈ, ਉਹ ਸਾਡੇ ਵਾਸਤੇ ਹਮੇਸ਼ਾ ਹੀ ਵਿਸਮਾਦਤ ਰਹੇਗਾ,
ਸਾਨੂੰ ਉਸ ਨੂੰ ਇਨਵੋਲਵ ਕਰਨਾ ਹੀ ਹੈ। ਪਰ ਕੁਐਸਚਨ ਕਮਸ ਕਿ ਬਾਹਰ ਵਾਲੇ ਵਿਸਮਾਦ ਨੂੰ ਜਦੋਂ ਅਸੀਂ ਕੇਵਲ ਬਾਹਰ ਲੈ ਕੇ ਜੀਨੇ ਆ ਤੇ ਉਹ ਟੈਂਪਰੇਰੀਲੀ ਹੁੰਦਾ ਹੈ, ਮੁੱਕ ਵੀ ਜਾਂਦਾ ਹੈ ਜਦ ਤੱਕ ਅਸੀਂ ਉਸ ਨੂੰ ਅੰਦਰ ਵਾਲੇ ਦੇ ਨਾਲ ਕਨੈਕਟ ਨਹੀਂ ਕਰ ਸਕਦੇ। ਤੁਸੀਂ ਦੇਖੋ ਕਿੰਨੀ ਵਾਰੀ ਐਕਸਪੀਰੀਅੰਸ ਕੀਤਾ ਹੋਣਾ। ਫॉर एग्जांपल ला लो, पहली बारी जो नियाग्रा फॉल्स गए सी ते ओ वाओ वाला एक्सपीरियंस एंड एक दिन बाद अपनियां वरीज और अपना सब कुछ सामने आ जाता है। बट इफ वी आर एबल टू कनेक्ट दैट कि अंदर दी जोत नाल रूहानी प्रकाश दे नाल उसका कनेक्शन बनाना सीख लईए, दैट इज एक्चुअली की है साडा एवरलास्टिंग। So world is inner world. ਤਾਂ ਤੂੰ ਜਗ ਮੈਂ ਆਇਆ, ਇਸ ਬਾਹਰ ਵਾਲੇ ਜਗ ਵਿੱਚ ਤੇ ਮੈਂ ਆਇਆ ਹੀ ਆ, ਉਸਨੇ ਭੇਜਿਆ ਹੈ। ਪਰ ਹੁਣ ਇਹ ਕਿਹੜਾ ਜਗ ਹੈ ਜਿੱਥੇ ਮੈਂ ਹਰ ਆਪੇ ਮਾਤਾ ਆਪੇ ਪਿਤਾ, ਜਦੋਂ ਉਸ ਨੂੰ ਮੈਂ ਆਪਣਾ ਮਾਤਾ ਪਿਤਾ ਮੰਨਦਾ ਵਾਂ। ਜਿਨ ਜਿਉ ਉਪਾਏ ਜਗਤ ਦਿਖਾਇਆ। ਸੋ ਇੱਥੇ ਹਰ ਜੀ ਮਾਤਾ ਹਰ ਜੀ ਪਿਤਾ ਦੀ ਗੱਲ ਚੱਲ ਰਹੀ ਹੈ। डाउट इट मेक सेंस। हाँ जी, जिन जियो उपाय जगत दिखाया। बाहर दा जगत देखण वास्ते साडियां अखां ने, इस जगत नूं देखण वास्ते साडे कोल उसदी जोत प्रकाश हैगी है। देखो हुण दोबारा इस नूं कर लो, सोइला बाणी नूं रेफर कर लो। सब में जोत, जोत है सोई, तिसते चानण सब में चानण होए। गुर साखी जोत प्रगट होए। गुरु ਦੀ ਸਿੱਖਿਆ ਦੇ ਨਾਲ ਉਹ ਪ੍ਰਗਟ ਹੋ ਜਾਂਦੀ ਹੈ। ਸੋ ਇਹ ਪ੍ਰਗਟ ਹੋਣ ਵਾਲੀ ਜੋਤ ਜਿਹੜੀ ਹੈ ਉਸ ਉੱਤੇ ਐਮਫਸਾਈਜ਼ ਹੈ। ਇਹ ਆਪਣੀ ਆਤਮਾ ਦੀ ਗੱਲ ਹੈ ਜਾਂ ਇਸ ਤੋਂ ਵੀ ਵੱਖਰੀ ਕੋਈ? ਜੇ ਅਸੀਂ ਲਫ਼ਜ਼ ਆਤਮਾ ਬੋਲਦੇ ਹਾਂ ਤੇ ਉਸ ਲਫ਼ਜ਼ ਦੇ ਪੈਰਲਲ ਲਫ਼ਜ਼ ਅਸੀਂ ਕੀ ਬੋਲਦੇ ਹਾਂ? ਜ਼ਮੀਰ ਵੀ ਬੋਲਦੇ ਹਾਂ ਉਸ ਆਤਮਾ ਨੂੰ। ਜ਼ਮੀਰ ਤੋਂ ਵੱਖਰੀ ਆਤਮਾ There's something inside which talks, right? ਜਦੋਂ ਅਸੀਂ die ਕਰਦੇ ਹਾਂ, the whole body is here, everything is here. Why can't we talk? That's what we were talking ਪਹਿਲੀ ਲਾਈਨ 'ਚ। ਮੈਂ ਵੀ ਮੇਰਾ ਕੁਐਸਚਨ ਮੈਂ ਤਾਂ ਹੀ ਪੁੱਛਿਆ ਸੀ ਇਹ ਰੂਹਾਨੀ ਕੀ ਸੀ? ਰੂਹਾਨੀ ਉਹੀ ਹੋ ਗਿਆ ਨਾ, ਜਾਂ ਆਤਮਾ, ਪ੍ਰਕਾਸ਼, like our conscious, this ਕੀ we ਚੀਜ਼ try ਹੈ? to ਕਾਹਦੀ ਗੱਲ find. ਕਰਦੇ ਹਾਂ ਅਸੀਂ? ਉਹ ਜਿਹੜੀ ਤੁਹਾਡੇ We're trying to find our conscious inside and trying to wake it up with Gurbani so that we can connect and we can see that. So what we are trying to see inside us. Yeah, that's a good question. अपने अंदर की देखना है? Okay. ਦੇਖਣਾ ਵੀ ਕੀ ਹੈ? देखना ਇਹ ਵੀ ਜਿਹੜਾ हाँ। ਅਸੀਂ ਜੋਤ ਦਾ ਕੀਤਾ ਨਾ ਕਿ ਰੂਹਾਨੀ ਪ੍ਰਕਾਸ਼ ਹੈ, which one is that? What is that? ਇੱਕ ਮਿੰਟ, ਆਪਣੇ ਅੰਦਰ ਦੇਖਣਾ ਕੀ ਹੈ? ਮੈਂ ਇੰਨਾ ਸਾਰਾ ਐਕਸਪਲੇਨ ਪਹਿਲੇ ਗੱਲ ਕੀਤੀ ਸੀ ਕਿ ਸਾਨੂੰ ਭੁਲੇਖਾ ਨਹੀਂ ਕਰ ਲੈਣਾ, ਕੋਈ ਫਿਜ਼ੀਕਲ ਤੌਰ ਦੇ ਉੱਤੇ ਕੁਝ ਨਹੀਂ ਦੇਖਣਾ, ਕੋਈ ਸਪੌਟ ਨਹੀਂ ਦੇਖਣਾ। देयर इज नो फिजिकल I know. स्पॉट। ਉਹੀ ਤੇ ਲੱਭ ਰਹੇ ਹਾਂ ਜਿਹੜੀ ਫਿਜ਼ੀਕਲ ਫਾਰਮ ਨਹੀਂ ਹੈ। हाँ, वो नहीं है। वो पता है की हो रही है? इट इज़ लाइक वेरी सिंपल एग्जांपल आई थिंक मैक्सिमम लोग यूज़ करते हैं, विच आई ऑल्सो फाइंड लॉजिकल बिकॉज आई डिड इन माई लाइफ टू, कि कीप ऑन पीलिंग द अनियन, then in the end what you get is your truth। ਹੁਣ ਤੁਸੀਂ ਪੀਲ ਕੀ ਕਰ ਰਹੇ ਹੋ? ਤੁਸੀਂ ਪੀਲ ਕਰ ਰਹੇ ਹੋ ਜਿਤਨੇ illusions and doubts ਨੇ, ਜਿਤਨੀਆਂ dualities ਨੇ, ਜਿਤਨੇ ਤੁਸੀਂ ਪ੍ਰੈਸ਼ਰ ਕ੍ਰੀਏਟ ਕੀਤੇ। ਅੱਜ ਬੱਚਿਆਂ ਨੂੰ ਡਿਟੇਲ 'ਚ ਮੈਂ ਪੜਾਇਆ ਕਿ ਵਾਟ ਇਜ਼ ਆਵਰ ਟਰੂ ਸੈਲਫ ਐਂਡ ਹਾਊ ਵੀ ਲੌਸਟ ਇਟ। ਬੱਚਿਆਂ ਨੂੰ ਕਲਾਸ ਵਿੱਚ ਪੜਾਇਆ। ਸੋ ਵਾਟ ਵੀ ਲੌਸਟ ਯੂ ਆਰ ਬ੍ਰਿੰਗਿੰਗ ਦੈਟ ਬੈਕ। ਜੋ ਤੁਹਾਡੇ ਕੋਲ ਹੈ ਉਹ ਤੁਸੀਂ ਪੀਲ ਕਰ ਰਹੇ ਹੋ। ਪੀਲ ਕੀ ਕਰ ਰਹੇ ਹੋ? ਲੈਟਸ ਸੇ ਆਈ ਐਮ ਪੀਲਿੰਗ ਮਾਈ ਟੂ ਮਚ ਅਟੈਚਮੈਂਟ ਟੂ ਦ ਮਟੀਰੀਅਲਿਜ਼ਮ। ਬਿਕੋਜ਼ ਆਫ ਦੈਟ ਮੈਨੂੰ ਕੀ ਹੋ ਗਿਆ? ਫੀਅਰ ਚਮੜ ਗਿਆ, ਮੈਨੂੰ ਮੋਹ ਚਮੜ ਗਿਆ। I am trying to unfurl that. I am trying to open that. The day ਤੁਸੀਂ ਇਹ ਨਿਰਭੇਤਾ ਨੂੰ ਮਹਿਸੂਸ ਕਰ ਲਿੱਤਾ, that is all your purpose। ਉਹੀ ਜੋਤ ਹੈ ਤੁਹਾਡੇ ਅੰਦਰ, ਜੋਤ ਜਗ ਗਈ। ਅੱਜ ਮੈਨੂੰ ਨਿੱਕੀ ਜੀ ਗੱਲ ਤੇ ਫੀਅਰ ਟਰੈਪ ਕਰ ਦਿੰਦਾ ਹੈ। ਕਿਉਂ? ਕਿਉਂਕਿ ਹਰ ਤੁਮ ਮੈਂ ਜੋਤ ਰੱਖੀ, ਮੈਂ ਉਸ ਜੋਤ ਨੂੰ ਨਹੀਂ ਜਗਾ ਸਕਿਆ। ਉਹ ਪੋਟੈਂਸ਼ੀਅਲ ਹੈ ਜੋਤ, ਉਹ ਰੂਹਾਨੀ ਸ਼ਕਤੀ ਹੈ, ਉਹ ਤੁਹਾਡੀ ਉਸ ਦੀ ਦਿੱਤੀ ਹੋਈ ਪਾਵਰ ਹੈ, ਤਾਕਤ ਹੈ ਜਿਹੜੀ ਤੁਹਾਨੂੰ ਤੁਹਾਡੇ ਮੈਕਸਿਮਮ ਲੈਵਲ ਦੇ ਉੱਤੇ ਜੀਣ ਵਾਸਤੇ ਮਦਦ ਕਰਦੀ ਹੈ, ਸਪੋਰਟ ਕਰਦੀ ਹੈ।
ਜੇ ਅੱਜ ਮੈਂ 30% ਜੀ ਰਿਹਾ ਵਾਂ ਤੇ ਉਹ ਮੈਨੂੰ 30 ਦਾ 90 ਕਰ ਦਿੰਦੀ ਹੈ। ਤੁਹਾਡਾ ਪੋਟੈਂਸ਼ੀਅਲ ਵਧਾ ਦਿੰਦੀ ਹੈ। ਦੇਖੋ ਅੰਦਰ ਕੀ ਹੈ। ਹੁਣੇ ਭੈਣ ਜੀ ਨੇ ਵੀ ਕੁਐਸਚਨ ਕੀਤਾ, ਜੇ ਗੁਰਬਾਣੀ ਵਿੱਚੋਂ ਪੁੱਛੀਏ ਤੇ ਗੁਰਬਾਣੀ ਕਹਿੰਦੀ ਹੈ ਗੁਹਜ ਰਤਨ ਵਿੱਚ ਲੁਕ ਰੱਖੇ, ਤੇਰੇ ਅੰਦਰ ਕੀ ਨੇ? ਉਹ ਰਤਨ ਨੇ, ਉਹ ਗੁਣ ਨੇ। ਕੋਈ ਗੁਰਮੁਖ ਕੱਢੈ ਖੋਤ, ਗੁਰੂ ਦੇ ਗਿਆਨ ਦੇ ਨਾਲ, ਵਿਜ਼ਡਮ ਦੇ ਨਾਲ, ਸ਼ਕਤੀ ਦੇ ਨਾਲ ਤੂੰ ਉਹ ਵਾਲੇ ਰਤਨਾਂ ਨੂੰ ਕੱਢ ਲੈਣਾ, ਉਜਾਗਰ ਕਰ ਲੈਣਾ। ਅੱਜ ਮੈਂ ਆਪਣੀ ਲਾਈਫ ਨੂੰ ਡੀਵੈਲਿਊ ਕਰ ਦੇਣੀ ਆ ਬਿਕੋਜ਼ ਆਫ ਐਨੀ ਆਊਟਸਾਈਡ ਲॉस, है ना, and any outside loss may happen to me, I still value my life 100%। ਇਹ ਤੁਹਾਡਾ ਜੋਤ ਨੂੰ ਉਜਾਗਰ ਕਰਨਾ ਹੈ, ਪ੍ਰਗਟ ਕਰਨਾ ਹੈ। ਹੁਣ ਤੱਕ ਅਸੀਂ ਇਹ ਨਿਬੇੜਾ ਨਹੀਂ ਕਰ ਪਾ ਰਹੇ। And what are inner ratan? ਹਾਂ, ਜਿਨ੍ਹਾਂ ਨੂੰ ਅਸੀਂ ਫਾਈਂਡ ਕਰ ਰਹੇ ਹਾਂ, ਉਹ ਇਨਰ ਰਤਨ ਰੱਬੀ ਗੁਣ ਹੁੰਦੇ ਨੇ, ਰੂਹਾਨੀ ਸ਼ਕਤੀ ਹੁੰਦੀ ਹੈ। ਫॉर एग्जांपल ਸੱਚ, ਉਸ ਸੱਚ ਨੂੰ ਪਾਣ ਕਰਕੇ ਮੈਂ ਹਮੇਸ਼ਾ ਹੀ ਸੰਤੋਖੀ ਬਿਰਤੀ ਵਾਲਾ ਹੋ ਜਾਣਾ ਵਾ। ਆਈ ਆਲਵੇਜ਼ ਫੀਲ ਫੁੱਲ ਇਨ ਆਲ ਸਰਕਮਸਟੈਂਸਿਸ। ਇਹ ਮੇਰੀ ਅਵਸਥਾ ਬਣ ਜਾਂਦੀ, ਮੈਂ ਅਡੋਲ ਹੋ ਜਾਂਦਾ ਵਾਂ। ਅਸੀਂ ਮਾਂ ਗੁਜਰੀ ਦੀ ਗੱਲਾਂ ਕਰ ਲੈਨੇ ਆ, ਹੈ ਨਾ, ਹੁਣ ਉਹ ਅਡੋਲਤਾ ਨੂੰ ਅਸੀਂ ਐਕਸਪੀਰੀਅੰਸ ਨਹੀਂ ਕਰ ਪਾ ਰਹੇ। ਉਹ ਐਗਜ਼ਾਮਪਲ ਸਾਡੇ ਸਾਹਮਣੇ ਹੈਗਾ ਮਾਂ ਗੁਜਰੀ ਦੀ ਅਡੋਲਤਾ ਦਾ, ਪਰ ਅਸੀਂ ਉਸ ਨਾਲ ਰਿਲੇਟ ਨਹੀਂ ਕਰ ਪਾ ਰਹੇ। ਇਸ ਜੋਤ ਨੂੰ ਅਸੀਂ ਉਜਾਗਰ ਨਹੀਂ ਕਰ ਪਾ ਰਹੇ। ਸੋ ਫਿਜ਼ੀਕਲ ਵਾਲੀ ਜੋਤ ਦਾ ਤੇ ਕੋਈ ਉਹ ਵਾਲਾ ਕਨੈਕਸ਼ਨ ਜਿਹੜਾ ਬੱਚੇ ਦੇ ਅੰਦਰ ਆਈ ਸੀ ਤੇ ਬੱਚਾ ਜਾਗਿਆ ਸੀ, ਵੀ ਆਰ ਨਾਟ ਟਾਕਿੰਗ ਦੈਟ ਹੇਅਰ। ਅਸੀਂ ਕਹਿ ਰਹੇ ਹਾਂ ਤੇਰੇ ਅੰਦਰ ਤੇਰਾ ਪੋਟੈਂਸ਼ੀਅਲ, ਕਿਉਂਕਿ ਹਰ ਜੀ ਆਪੇ ਮਾਤਾ ਆਪੇ ਪਿਤਾ ਹੈਗਾ ਹੈ। ਜਿਹੜਾ ਫਿਜ਼ੀਕਲ ਤੌਰ ਤੇ ਤੂੰ ਆਇਆ ਹੈ, ਉਹਦੇ ਵਾਸਤੇ ਤੈਨੂੰ ਦੁਨਿਆਵੀ ਮਾਤਾ ਪਿਤਾ ਚਾਹੀਦੇ ਹਨ। ਤੁਸੀਂ ਜਿੱਥੇ ਹੋ, ਮੈਂ ਛੋਟੇ ਬੱਚਿਆਂ ਨਾਲ ਗੱਲ ਕਰ ਰਹੀ ਸੀ, ਮੈਂ ਕਿਹਾ ਹੁਣ ਤੁਹਾਨੂੰ ਬ੍ਰੇਕ ਮਿਲਿਆ 2 ਮਹੀਨੇ ਦਾ, ਹੈ ਨਾ, ਤੇ ਤੁਸੀਂ 2 ਮਹੀਨੇ ਦੇ ਵਿੱਚ ਇੰਜ ਨਾ ਕਰਨਾ ਕਿ ਇੱਥੇ ਦੀ ਜੀਵਨ ਸੋਝੀ ਦੀ ਗਲੋਰੀ ਨੂੰ ਖਰਾਬ ਕਰਨਾ ਕਿ ਪੇਰੈਂਟਸ ਕਹਿਣ ਹਾਈ ਕੱਖ ਨਹੀਂ ਪੜਦੇ ਤੁਸੀਂ ਪਿੱਛੋਂ। ਯੂ ਹੈਵ ਟੂ ਮੇਨਟੇਨ ਦਿਸ ਗਲੋਰੀ ਨਾਓ ਆਟੋਮੈਟਿਕਲੀ। ਸੋ ਅਲਟੀਮੇਟਲੀ ਯੂ نو ਸਾਡੇ ਜੀਵਨ ਤਾਂ ਹੈ ਕਿ ਉਸ ਦੀ ਗਲੋਰੀ ਨੂੰ ਅਸੀਂ ਡਾਊਨ ਕਰਦੇ ਹਾਂ ਜਦੋਂ ਸਾਨੂੰ ਕੁਝ ਵੀ ਸਾਡੇ ਮਨ ਪਾਉਂਦੇ ਢੰਗ ਦਾ ਨਹੀਂ ਹੁੰਦਾ। that is my whole purpose of talking as Podino, ਕਿ ਉਸ ਨੂੰ ਰਿਅਲਾਈਜ਼ ਕਰਨਾ। if you see technically, scientifically, right, so ਸਾਡੇ ਜੋ ਕੁਝ ਵੀ ਅਸੀਂ ਕਰਦੇ ਹਾਂ is driven by our emotions, right, ਜੋ ਵੀ ਕਰਦੇ ਹਾਂ, right, so ਜਿਹੜੇ emotions ਨੇ, ਜੇ like scientifically ਦੇਖੀਏ, ਜਿਹੜੇ ਸਾਡੇ emotions ਨੇ they are carried by the electrical potential। ਸੋ ਜਿਸ ਤਰ੍ਹਾਂ ਸਾਡੀ ਇਲੈਕਟ੍ਰਿਸਿਟੀ ਹੈ, ਸੋ ਇਟ ਇਜ਼ ਆਲਸੋ ਜਿਹੜਾ ਕਰੰਟ ਫਲੋ ਕਰਦਾ, ਦਿਸ ਇਜ਼ ਆਲਸੋ ਬਾਈ ਇਲੈਕਟ੍ਰੀਕਲ ਪੋਟੈਂਸ਼ੀਅਲ। ਸਿਮਿਲਰ ਨਾਓ ਦੇ ਕੈਨ ਇਵਨ ਮੈਜਰ ਵੀ ਜਿੰਨੇ ਵੀ ਸਾਡੇ ਇਮੋਸ਼ਨਸ ਹੁੰਦੇ ਨੇ, ਦੇ ਆਰ ਡਿਊ ਟੂ ਦਾ ਵੈਰੀ 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 ਲੋ ਵੋਲਟੇਜ ਪੋਟੈਂਸ਼ੀਅਲ। ਉਹੀ ਸਾਡਾ ਜਿਹੜੇ ਇਲੈਕਟ੍ਰੀਕਲ ਕਰੰਟ ਫਲੋ ਕਰਦਾ, ਇਲੈਕਟ੍ਰੀਕਲ ਕਰੰਟ ਦੇ ਕਾਜ਼ਿਸ ਦਾ ਮੋਸ਼ਨ। ਸੋ ਉਹ ਜਿਹੜੇ ਇਲੈਕਟ੍ਰੀਕਲ ਕਰੰਟ ਦੀ ਸਵਿਚਸ ਨੇ, ਰਾਈਟ, ਉਹ ਸਾਡੇ ਸਰਕਮਸਟੈਂਸਿਸ ਨੇ, ਪਰ ਸਮਹਾਉ ਦਿਸ ਇਜ਼ ਏ ਵੈਰੀ ਰਿਲੇਟਿਵ, ਜਿਹੜੀ ਸੱਚ ਵੀ ਹੈ, ਇਟਸ ਏ ਵੈਰੀ ਰਿਲੇਟਿਵ ਟਰਮ। ਵਾਟ ਐਵਰ ਵੀ ਸੀ, ਵਾਟ ਐਵਰ ਵੀ ਸਟੋਰ ਇਨ ਅਵਰ ਮਾਈਂਡ, ਸੋ ਸਮਥਿੰਗ ਜੇ ਉਹਦੇ ਨਾਲ ਮੈਚ ਕਰਦੇ ਹਾਂ, ਸਾਨੂੰ ਲੱਗਦਾ ਦਿਸ ਇਜ਼ that's truth. To know the absolute truth, I don't know is human capable to know absolute truth or not, I don't know. We are more or less capable of like knowing the relative truth. Absolute truth ਨੂੰ ਅਸੀਂ ਕਿਉਂ ਇਨਐਫੀਸ਼ੀਐਂਟ ਕਰਨ ਨੂੰ, ਬਿਕਾਜ਼ ਸੋ ਫਾਰ ਜਿਹੜਾ ਅਸੀਂ ਟਰੂਥ ਦਾ ਵਿਚਾਰ ਕਰਨੇ ਆ, ਉਹ ਵੀ ਤੇ ਪਹਿਲੇ ਜੋ ਆਲਰੇਡੀ ਸਾਨੂੰ ਦੁਨੀਆ ਨੇ ਪੜਾਇਆ ਉਹ ਵਾਲਾ ਕਰਦੇ ਆ। ਜਿਹਨੇ ਅਸੀਂ ਕੀਤਾ, ਗੁਰਬਾਣੀ ਜਿਹੜੀ ਹੈ ਉਹ ਸਾਨੂੰ ਚੌਥੇ ਪਦ ਦੀ 3 ਗੁਣਾਂ ਤੋਂ ਉੱਤੇ ਦੀ ਗੱਲ ਜਿਹੜੀ ਹੈ ਉੱਥੋਂ ਲੈ ਕੇ ਸ਼ੁਰੂ ਕਰਦੀ ਹੈ। ਬਟ ਅਸੀਂ ਆਮ ਤੌਰ ਦੇ ਉੱਤੇ, ਹੈ ਨਾ, ਫॉर ਐਗਜ਼ਾਮਪਲ ਅਸੀਂ ਸੰਡੇ ਨੂੰ ਜਿਨ੍ਹਾਂ ਦੇ ਘਰ ਪ੍ਰੋਗਰਾਮ ਕੀਤਾ, I took the liberty, because program ਅਸੀਂ ਕੰਡਕਟ ਕਰਨਾ ਸੀ ਪੂਰਾ, I took the liberty not to include their name in the ardas, ਉਹਨਾਂ ਕੋਲ ਬਿਨਾ ਪੁੱਛੇ, and I explained them why I did not do it।
ਯੂ ਅੰਡਰਸਟੈਂਡ। ਹੁਣ ਕੀ ਹੈ, ਅਸੀਂ ਟਰੂਥ ਨੂੰ ਜੇਕਰ ਰਿਅਲਾਈਜ਼ ਕਰਨਾ ਹੈ ਤੇ ਹਜੇ ਤੱਕ ਤੇ ਇਤਨਾ ਵੀ ਅਸੀਂ ਟੋਲਰੇਟ ਨਹੀਂ ਕਰ ਸਕਦੇ ਕਿ ਹਾਏ ਮੇਰੇ ਨਾਮ ਦੀ ਅਰਦਾਸ ਨਾ ਹੋਵੇ। ਦਿਸ ਇਜ਼ ਵੈਰੀ ਸਮਾਲ ਥਿੰਗ। ਆਵਰ ਮਾਈਂਡ ਸੇਜ਼ ਕਿ ਨਹੀਂ, ਜੇ ਮੈਂ ਕੰਡਕਟ ਕੀਤਾ ਪ੍ਰੋਗਰਾਮ ਜਾਂ ਜੇ ਮੈਂ ਪੈਸੇ ਲਗਾਏ ਨੇ ਤੇ ਮਾਈ ਅਰਦਾਸ ਸ਼ੁੱਡ ਬੀ ਵੈਲ ਸੈਡ। ਸੋ ਇਹ ਤੇ ਬਹੁਤ ਇਹਨਾਂ ਸਾਰਿਆਂ ਨੂੰ ਨਾ ਤੁਸੀਂ ਉਹ ਕਰਨਾ ਹੈ, ਪੀਲ ਕਰਨਾ ਹੈ। Once you keep peeling, you're able to do it. Where you reach is that truth. ਇਹ ਮੈਂ ਕਹਿਣਾ ਚਾਹ ਰਹੀ ਹਾਂ। ਜਦ ਤੱਕ ਉਹ ਪੀਲ ਨਹੀਂ ਹੋਣਗੀਆਂ, ਤੁਹਾਡੀ ਇਨਸਿਕਿਉਰਿਟੀ ਐਗਜ਼ਿਸਟ ਕਰਦੀ ਹੈ, the duality will stay, that darkness will prevail. You need to have that mighty soul that I do not care now. I stand by it. I think it's a constant struggle. I think we struggle Yeah. every single second. It's a struggle because every single second we get influenced by so many negativities around us. So I think it's a constant effort. जितना तुसी कहते हो ना कि you should always be positively progressing. Yeah. That progress is non-stop because every moment you have to check yourself because मेरी विचार गलत आ या ए मेरे मन च आया, this thought is wrong. या मैं इतना क्यों बोली, this is wrong, I shouldn't have. So I think it becomes a constant battle, and I don't think so there's a moment in time you can say that, oh, I have achieved something. I think every time it goes on non-stop. It's a long journey. I think to get out of like negative emotion to positive emotions, that's your like progress. I guess so, but Yeah. in the sense कि ये सानू हर moment Yeah. ते करनी पैंदी, हर Yeah. पल ते करनी पैंदी है ना. Or sometimes the people that goes into depression, so they cannot like come out of the like बिल्कुल cannot come out of that. Yes, negative. out of negative emotion. Right? जी जी. ਖੈਰ ਅਗੇਨ ਮੈਂ ਡਿਪਰੈਸ਼ਨ ਨੂੰ ਵੀ ਇਹਦੇ ਵਿੱਚ ਜਾਂ ਵੀ ਬਿਮਾਰੀਆਂ ਨੂੰ ਇਨਕਲੂਡ ਨਹੀਂ ਕਰਦੀ ਬਿਕਾਜ਼ ਦ ਮੋਰ ਐਂਡ ਮੋਰ ਆਈ ਐਮ ਰਿਸਰਚਿੰਗ ਔਨ ਦਾ nutrition part. So a good relationship between your state of mind, the mental and the food. But ruhaniyat ki hai, never give up attitude, adole attitude, adolta. Plus ਜਿਹੜਾ ਸਾਡਾ ਸ਼ਲੋਕ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਪਣ ਸਰਬੱਤ ਕਾ ਭਲਾ, I think that's a very powerful like expression. ਬਿਲਕੁਲ। ਪਰ ਅਸੀਂ ਧਿਆਨ ਨਹੀਂ ਦਿੰਦੇ ਨਾ, ਜਦੋਂ ਬੋਲਦੇ ਹਾਂ ਉਦੋਂ ਦੇਖੋ ਬੇਧਿਆਨੀ ਫॉर ਬੋਲਦੇ ਐਗਜ਼ਾਮਪਲ ਮੈਨੂੰ ਅੱਜ ਡਾਕਟਰ ਕਹਿ ਦਿੰਦਾ ਕਿ ਓਕੇ ਯੂ ਹੈਵ 10 days to live, ਹੈ ਨਾ। So how do I approach that कि let me live those 10 days in the fullest peacefully? That should be my approach. That talks about कि मैं जिंदगी कुछ सच कोई तत्त हासिल ਕੀਤਾ ਹੈ, ਪਰ ਡਾਕਟਰ ਦੀ ਉਹ ਨਿਊਜ਼ ਮੈਨੂੰ 10 ਦਿਨ ਤੋਂ ਪਹਿਲੇ ਹੀ ਖਤਮ ਕਰ ਦੇਵੇ, ਹੈ ਨਾ। ਸੋ ਦੈਟ ਮੀਨਸ ਕਿ ਮੈਨੂੰ ਜ਼ਿੰਦਗੀ ਦਾ ਤੱਤ ਸਮਝ ਨਹੀਂ ਆਇਆ ਹਜੇ। ਉਹ ਜਦੋਂ ਮੇਰੇ ਕੋਲ ਬੱਚੇ ਸਮਝ ਕੇ ਘਬਰਾ ਜਾਂਦੇ ਨੇ, ਓਕੇ ਸੋ ਵੀ ਆਰ ਨਾਟ ਗੋਇੰਗ ਟੂ ਕਮ ਹੇਅਰ ਅਗੇਨ। ਕੱਲ ਇਸ ਤਰ੍ਹਾਂ ਹੀ ਹੋਇਆ ਸਾਡੇ ਕੋਲ ਕਲਾਸ ਦੇ ਵਿੱਚ, ਤੇ ਬੱਚੇ ਦੇ ਅੱਖਾਂ 'ਚ ਅਥਰੂ ਆ ਗਏ ਸਨ। ਛੋਟੇ ਬੱਚੇ ਹਨ, teenage, they are trying to understand this world. Okay, so we have to go for all the time. ਮੈਂ ਉਹਨੂੰ ਕਿਹਾ ਲਿਸਨ, ਤੁਸੀਂ ਰੋਜ਼ ਕਿਹੜੇ ਗੁਰੂਆਂ ਦੇ ਨਾਮ ਯਾਦ ਕਰਦੇ ਹੋ, ਕਿਹੜੇ ਸਾਹਿਬਜ਼ਾਦਿਆਂ ਦੇ ਨਾਮ ਯਾਦ ਕਰਦੇ ਹੋ? So you think we can forget them any minute? So you think they are gone? No, they are not gone. So ਅਸੀਂ ਵੀ ਇੰਜੇ ਦਾ ਕੰਮ ਕਰਕੇ ਜਾਣਾ ਹੈ that we never go. ਅੱਛਾ, ਫਿਰ ਸਾਡਾ ਨਾਮ ਹਮੇਸ਼ਾ ਰਹੂਗਾ। ਮੈਂ ਕਿਹਾ that is what effort we have to do ਕਿ ਸਾਡਾ ਨਾਮ ਦੁਨੀਆ ਨਾ ਭੁੱਲੇ। And then he got convinced ਤੇ ਉਸ ਤੋਂ ਪਹਿਲੇ almost ਰੋਂਦਾ ਹੀ ਪਿਆ ਸੀ ਬੱਚਾ। That means ਕਿੰਨਾ potential ਸਾਡੇ ਅੰਦਰ ਹੈ। ਜੋਤ ਰੱਖਣ ਤੋਂ ਭਾਵ ਇਹ ਹੀ ਹੈ ਕਿ ਉਸ ਜੋਤ ਦਾ ਪੂਰਾ ਇਸਤੇਮਾਲ ਕਰਨਾ। ਕਿਉਂਕਿ ਦੇਖੋ ਅੱਗੇ ਕੀ ਹੈ, ਗੁਰ ਪ੍ਰਸਾਦੀ ਬੁਝਿਆ ਹੁਣ ਤਾਂ ਚਲਤ ਹੋਵਾ ਚਲਤ ਨਦਰੀ ਆਇਆ। ਚਲਤ ਨਾਰਮਲੀ ਕੀ ਹੁੰਦਾ, ਐਕਟ ਨੂੰ ਕਹੀਦਾ, ਡਰਾਮੇ ਨੂੰ ਕਹੀਦਾ ਵੈਸੇ ਤੇ, ਹੈ ਨਾ। ਪਰ ਇੱਥੇ ਕੀ ਹੈ ਚਲਤ, ਮੇਰੇ ਹਿਸਾਬ ਸੇ ਮੈਂ ਸੋਚਦੀ ਸੀ ਬੈਠ ਕੇ, ਚਲਤ ਹੈ ਕਿ ਜਿਹੜਾ ਇਹ ਨਵਾਂ ਜਨਮ ਪੈਦਾ ਹੋਇਆ ਨਾ ਜੋਤ ਰੱਖਣ ਤੋਂ ਬਾਅਦ, ਇਹ ਹੁਣ ਮੈਨੂੰ ਨਜ਼ਰ ਆ ਰਿਹਾ ਹੈ। I'm able to see that I am reborn. ਇਹ ਵਾਲਾ ਗਿਆ। I think ਇਸੇ ਕਰਕੇ ਜਿਹੜੀ ਉਹ ਪੰਜ ਨਾਸ਼ ਵਾਲੀ ਜਿਹੜੀ ਸਾਨੂੰ ਫਿਲਾਸਫੀ ਦਿੱਤੀ ਹੈ,
सतगुर के जन्मे वाली तेरा कर्म नाश धर्म नाश है ना, जी खंडे की पौल देण वक्त कि तेरा सारा कुल नाश पुराना सब कुछ नाश कहन तो भाव सी तैनूं एक नवीं सोच दे विच असीं हुण पुश कर रहे हैं, टोटल न्यू कंसैप्ट दे विच। पर असीं उसनूं अगेन एक रिचुअल जिहा बना के जीना शुरू कर दिता। कहे नानक, हुण इत्थे आके रुकी सी मैं, तां ही इत्थों मैनूं इह गल समझ आई। कहे नानक सृष्ट का मूल रचिया, मेरी इस नवीं सृष्टि दा फाउंडेशन बेस जिहड़ा है ਉਹ रूहानी ज्ञान तो बनिया, जोत राखी तां तू जग में आया। ऐदा अर्थ करन दे नाल की फायदा होया, एकदम अगली जिहड़ी पौड़ी है ना ਇਹਦੇ ਨਾਲ बिल्कुल कनैक्ट हो रही है। जो ही तुसीं अगली पौड़ी पढ़ोगे वो दिस मेक्स फुल सेंस ਤੁਹਾਨੂੰ। ਇਹਦੇ ਵਿੱਚ ਸਵਾਲ ਤੇ ਮੈਂ ਹੀ ਲਿਖਿਆ ਸੀ, एक्सप्रेशन पढ़ दो। Discuss divine perfection in creating this universe. Use it as a base to create your inner universe. हाँ कि जिवें रब ने ਇਹ वाली सृष्टि बनाई है, सृष्टि ਦੀ परफेक्शन ਸਾਨੂੰ ਉਹਦੇ ਨਿਯਮਾਵਲੀ ਨਿਯਮ ਦਿਸਦੇ ਨੇ ਕਿ ਕਿੰਨੇ ਨਿਯਮ ਪੱਕੇ ਨੇ, ਸੂਰਜ ਦੇ, ਚੰਦ ਦੇ, ਤਾਰੇ ਦੇ, ਹਵਾ ਦੇ, है ना, ਕਿੰਨੇ ਨਿਯਮਾਵਲੀ ਵਿੱਚ ਹਰ ਚੀਜ਼ ਚੱਲ ਰਹੀ ਹੈ। ਸੋ ਕੀ ਮੇਰੇ ਜੀਵਨ ਦੇ ਵਿੱਚ ਮੇਰਾ ਜੋ मैं रब्बी नियमां नूं पहले तो अवॉइड कर रहे हैं, ਉਹਦੇ अगेंस्ट जा रहे हैं सवेरे शामी, नंबर 1। नंबर 2, मैं रब्बी नियमां नूं अवॉइड क्यों कर रहे हैं, यह सवाल पैदा होना चाहिए कि इन द एंड मैनू फेस ही करना है। नंबर 3, मैं लिख रही सी सवेरे उठ के री-इवैल्यूएट एवरी बिलीफ, स्क्रैप whatever is making you narrow। जेड़ा बिलीफ तैनूं छोटा कर रहा है, बन रहा है, उसनूं स्क्रैप कर दे। सो अल्टीमेटली इस पौड़ी दा जिहड़ा भाव है वो है कि जिहड़ा तू अपनी यूनिवर्स अंदर दी क्रिएट कीती हुई है, देखो बड़ी वड्डी यूनिवर्स कीती हुई है, स्पॉन्टेनियसली असीं सब तो पहले गल करिए लेबल कितनी जल्दी लगा देने हैं। लेबलिंग वाला जो फैक्टर है साडे ते कितनी ज़्यादा, यू नो दैट्स सच ए बिग थिंग साडे वास्ते, बिग हर्डल, आई विल नॉट से बिग थिंग, बिग हर्डल है। दैट इज आवर यूनिवर्स ने असी क्रिएट की हुई है ना। सो जे असी उस लेबल लगाने वाली प्रैक्टिस तो थोड़ा जिहा अपने आप नूं आउट करिए। लेबलिंग इज फॉर एग्जाम्पल सारे पंजाबी इदां ही हुंदे ने, है ना, इन्हां दा सारा परिवार ही, हुण जदों सारा परिवार ही कहंदे आ, then there are exception परिवार विचों। We do that a lot. This is a universe ਜਿਹੜੀ ਅਸੀਂ ਕ੍ਰੀਏਟ ਕੀਤੀ ਹੋਈ ਹੈ। ਜੀ ਕਿਸੇ ਨੂੰ ਪਾਰਟੀ ਤੇ ਬੁਲਾ ਲਿਆ, ਉਹਨੂੰ ਤਾਂ ਨਾ ਪੁੱਛੇ ਚੰਗੀ ਤਰ੍ਹਾਂ, ਆਪਾਂ ਘਰ ਕਿੰਨੀਆਂ ਗੱਲਾਂ ਕਰਦੇ ਆਂ, ਤਾਂ ਬੁਲਾਇਆ ਵੀ ਸਾਨੂੰ ਕੋਈ ਪੁੱਛੇ ਤੱਕ ਨਹੀਂ ਹੁੰਦਾ, ਜਾ ਕੇ ਸਭ ਕੁਝ ਪਿਆ ਖਾਣ ਪੀਣ ਨੂੰ, ਲਾਈਕ ਉਹ ਸੋ ਬਿਜ਼ੀ ਸੀਗਾ, ਮੈਨੂੰ ਪੁੱਛਿਆ ਨਹੀਂ ਸਾਨੂੰ। ਹੁਣ ਇਹ ਸਾਡੀ ਜਿਹੜੀ ਕੀਤੀ ਯੂਨੀਵਰਸ ਹੈ ਨਾ, ਇਹ ਅਨਆਰਗੇਨਾਈਜ਼ਡ ਹੈ, ਇਹ ਨਿਯਮਾਵਲੀ ਤੋਂ ਬਾਹਰ ਹੈ। ਜਿਹੜੀ ਰੱਬ ਜੀ ਨੇ ਯੂਨੀਵਰਸ ਬਣਾਈ ਹੈ ਦੈਟ ਇਜ਼ ਫੁੱਲੀ ਪਰਫੈਕਟ, ਬਟ ਇਹ ਸਿਰਫ ਬੰਦਾ ਉਹੀ ਆਪਣੀ ਨੂੰ ਚੰਗੀ ਕਰ ਸਕਦਾ ਜਿਹੜੀ ਇਸ ਉੱਤੇ ਵਿਚਾਰ ਕਰਦਾ ਹੈ ਦੈਟ ਆਈ ਹੈਵ ਟੂ ਰੀਕ੍ਰੀਏਟ। फॉरेस्ट फायर ज्यादा लगती चलो अगली ते ਅਸੀਂ बहुत घट पैंदी है। आओ सारे मिलके अगली पौड़ी में पढ़ते हैं। मन हर मंगल गाओ सखी गृह मंदिर बनिया, हर गाओ मंगल मित सखिए सो दुख न व्यापे, गुर चरण लागे निज सुभागे अपना फिर जापे, अनहद बाणी गुर शब्द जानी, हर नाम हर रस भोगो, कहे नानक प्रभ आप मिलिया, करण कारण जोगो। जोत रखी तातू जग में आया है ते की होया, हुण जदों नवे इस जग विच आया ते मन चाओ पिया प्रभ आगम सुनिया।
ਹੁਣ ਸੱਚ ਦੀ ਜਦੋਂ ਵੀ ਸੁਨੇਹਾ ਆਉਂਦਾ ਹੈ ਨਾ ਤੇ ਉਹਦੇ ਵਾਸਤੇ ਮਨ ਵਿੱਚ ਚਾਅ ਪੈਦਾ ਹੋ ਜਾਂਦਾ ਹੈ। ਚਾਅ ਸਮਝਦੇ ਹੋ ਕੀ ਹੁੰਦਾ ਹੈ? ਸਾਡੇ ਸਾਰਿਆਂ ਕੋਲ ਐਕਸਪੀਰੀਅੰਸ ਹੋਣਾ ਹੈ ਨਾ, ਜੇ ਪਤੀ ਕਾਫੀ ਟਾਈਮ ਬਾਅਦ ਘਰ ਆਏ ਤੇ ਚਾਅ ਕੀ ਚੜਦਾ ਹੈ, ਬੱਚਾ ਸਮੇਂ ਬਾਅਦ ਆਏ ਤੇ ਕੀ ਚਾਅ ਚੜਦਾ ਹੈ। ਅਸੀਂ ਸਾਰਿਆਂ ਨੇ ਹੀ ਐਕਸਪੀਰੀਅੰਸ ਕੀਤਾ ਹੋਇਆ ਹੈ। ਕੋਈ ਬਹੁਤ ਪੱਕੀ ਸਹੇਲੀ ਸਦੀਆਂ ਬਾਅਦ ਮਿਲੇ ਤੇ ਕੀ ਚਾਅ ਚੜਦਾ ਹੈ। We all have experienced this. ਇਸ ਚਾਅ ਦਾ ਕਦੀ ਅਸੀਂ ਉਸ ਰੂਹਾਨੀ ਪ੍ਰਕਾਸ਼, ਉਸ ਗਿਆਨ, ਉਸ ਸੱਚ ਦੀ ਵਿਚਾਰ ਦੇ ਨਾਲ ਹੀ ਟੁਕਾ ਕੇ ਦੇਖੀਏ। ਜਿਵੇਂ ਇੱਥੇ ਆਉਣ ਦਾ ਵੀ ਚਾਹੀ ਚੜਦਾ ਹੁਣ ਤਾਂ ਨਹੀਂ ਫਿਜ਼ੀਕਲ ਨਾ ਟੁਕਾ ਲੈਣਾ ਤੁਸੀਂ। ਆਈ ਡੋਨਟ ਵਾਂਟ ਯੂ ਟੂ ਡੂ ਦੈਟ ਪਲੀਜ਼। ਵੀ ਆਪਾਂ ਕੁਝ ਲੈਣ ਜਾ ਰਹੇ ਨਹੀਂ ਉਸ ਨਾਲ ਨਹੀਂ ਟੁਕਾਓ ਤੁਸੀਂ, ਫਿਰ ਕਿਰਾਏ ਪੈ ਜਾਣਗੇ। ਡੋਨਟ ਡੂ ਦੈਟ। getting a new thought. ਨਹੀਂ ਦੇਖੋ ਇਹ ਤੇ ਥਾਟ ਨਾਲ ਟੁਕਾ ਰਹੇ ਨੇ, ਪਰ ਜਦੋਂ ਇਹ ਕਹਿਣਾ ਚਾਹ ਰਹੇ ਨੇ ਕਿ ਇੱਥੇ ਆਂਦੇ ਆ ਵੈਸੇ ਕਿ ਜਦੋਂ ਅਸੀਂ ਗੁਰਬਾਣੀ ਡਿਸਕਸ ਕਰਦੇ ਹਾਂ, ਕਿਉਂਕਿ ਇਸ ਗੁਰਬਾਣੀ ਨੂੰ ਘਰ ਬੈਠੇ ਵੀ ਤੇ ਡਿਸਕਸ ਕਰ ਸਕਦੇ ਨੇ। ਪਰ ਸੰਗਤ ਵਿੱਚ ਉਹ ਪਹਿਲਾਂ ਵੀ ਤਾਂ ਕਰਦੇ ਸੀ, ਇੱਥੇ ਆ ਕੇ ਤਾਂ ਹੁਣ ਅਸੀਂ ਉਹੀ ਚੀਜ਼ ਸਿੱਖ ਰਹੇ ਹਾਂ। ਹੁਣ ਆਈ ਆਲਵੇਜ਼ ਫੀਲ ਕਿ ਅਸੀਂ ਕਿਤੇ ਨਾ ਕਿਤੇ ਫਿਰ ਉਹ ਬਾਈਂਡ ਕਰਦੇ ਨੇ ਜਦੋਂ ਜਗ੍ਹਾ ਨਾ ਲੈਂਦੇ ਆ, ਤੇ ਇਸ ਕਰਕੇ ਆਈ ਆਲਵੇਜ਼ ਕੌਨਸ਼ੀਅਸ not ਜਗ੍ਹਾ ਨਹੀਂ, ਕਿਉਂਕਿ ਇਹਨੂੰ ਆਸ ਮੌਕਾ ਸਾਨੂੰ ਜ਼ਿੰਦਗੀ 'ਚ ਮਿਲਿਆ ਹੀ ਨਹੀਂ ਨਾ ਕਿਤੇ, ਜਿਹੜਾ ਅਸੀਂ ਹੁਣ ਲੈ ਰਹੇ ਹਾਂ। Okay, if that's a safe game, you do it. ਇਸ ਕਰਕੇ ਮੈਂ ਤੇ ਛੱਡੇ ਹੋਏ ਨੇ ਲੇਬਲ ਲਗਾਣੇ, ਬਿਕੋਜ਼ ਕਲਿੰਗਿੰਗ ਬਹੁਤ ਜਲਦੀ ਹੋ ਜਾਂਦੀ ਹੈ ਲਾਈਫ ਵਿੱਚ, ਤੇ ਉਸੇ ਤੋਂ ਹੀ ਬਚਣਾ ਹੈ। ਯੂ نو ਵੀ ਡੋਨਟ ਹੈਵ ਟੂ ਕਲਿੰਗ। ਸੋ ਇਸ ਕਰਕੇ ਜਿੰਨਾ ਫੈਮਿਲੀ ਜਿਹੜੀ ਪਿਛਲੇ 25 ਸਾਲ ਤੋਂ ਸਵੇਰੇ 2:30 ਵਜੇ ਉੱਠ ਕੇ ਫੁੱਲਾਂ ਦਾ ਉਹ ਬਣਾ ਕੇ ਗੁਰਦੁਆਰਾ ਬੰਗਲਾ ਸਾਹਿਬ ਲੈ ਕੇ ਜਾਂਦੀ ਹੈ। ਇਨ ਆਵਰ ਫੈਮਿਲੀ 25 ਸਾਲ ਤੋਂ ਵੀ ਜ਼ਿਆਦਾ ਮੈਨੂੰ ਹੋ ਗਏ ਦੇਖਦੇ ਆ। ਬਜ਼ੁਰਗ ਹੋ ਰਹੇ ਨੇ, ਉਹਨਾਂ ਦਾ ਆਪਣਾ ਚਾਅ ਹੈ। ਘਰ ਆ ਕੇ ਮੀਆਂ ਵੀ ਦੁਬਾਰਾ ਸੁਣਦੇ ਨੇ, ਔਰ ਪਹਿਲੇ ਬਿਜ਼ਨਸ ਕਰਦੇ ਸੀ, ਅੱਜ ਕੱਲ੍ਹ ਦੇ ਨਿਕਲ ਨਹੀਂ ਕਰਦੇ, ਹੁਣੇ ਬਜ਼ੁਰਗ ਹੋ ਗਏ ਨੇ। ਸੋ ਉਹਨਾਂ ਦਾ ਆਪਣਾ ਚਾਅ ਹੈ। ਪਰ ਜਿਹੜੀ ਪ੍ਰਭ ਆਗਮ ਸੁਣਿਆ ਕੀ ਹੈ? ਉਹ ਸੱਚ ਦਾ ਸੁਨੇਹਾ ਜਿਹੜਾ ਮੈਨੂੰ ਟਿਕਾ ਸਕਦਾ ਹੈ। ਪਰ ਉਹ ਜਿਹੜੀ ਇਵੈਂਟ ਕਿਸੇ ਨਾ ਕਿਸੇ ਐਕਸ਼ਨ ਨਾਲ ਤਾਂ ਜੁੜੀ ਹੋਵੇ, ਉਹ ਡੈਫੀਨਿਟਲੀ ਡਜ਼ਨਟ ਹੈਵ ਲਾਈਕ ਉਹਦੀ ਜਿਹੜੀ ਕੋਈ ਐਗਜ਼ਿਸਟੈਂਸ ਤਾਂ ਹੈ ਨਾ ਇਵੈਂਟ ਦੀ, ਉਹਦੇ ਨਾਲ ਸੋਚ ਜਿਹੜੀ डेफिनेटली है। पर मैं कहना चाहती हूँ कि फिर ਉਹਦੇ ਵਿੱਚ राइट एंड रॉन्ग वाला डिस्टिंग्विश करना मुश्किल हो जाएगा ना। माई एडिक्शंस भी तो हो सकती हैं ने। ਪਰ ਜੇ ਥੋੜੀ ਉਹ ਜਿਹੜੀ ਇਵੈਂਟ ਆ ਉਹ ਤੁਹਾਡੇ ਦਿਮਾਗ 'ਚ ਨਹੀਂ ਆਉਂਦੀ, ਲਾਈਕ ਵਾਟ ਟੂ ਰੀਅਲਾਈਜ਼ ਦੈਟ, ਹਾਊ ਯੂ ਕੈਨ ਰੀਅਲਾਈਜ਼। ਓਕੇ ਸਮਝਿਆ ਕੁਐਸਚਨ ਕਿ ਵੀ ਜੇ ਉਸ ਇਵੈਂਟ ਨੂੰ ਸਾਹਮਣੇ ਨਾ ਲਿਆਈਏ ਤੇ ਫਿਰ ਰੀਅਲਾਈਜ਼ੇਸ਼ਨ ਦੀ ਗੱਲ ਕਿਵੇਂ ਕਰੀਏ। ਅੱਛਾ ਮੰਨ ਲਓ ਅਲਾਸਕਾ ਤੇ ਬੈਠੀ ਹਾਂ ਮੈਂ, ਹੈ ਨਾ। ਅਲਾਸਕਾ ਤੇ ਬੈਠ ਕੇ ਮੈਂ ਬੜੀ ਫਰਸਟ੍ਰੇਟ ਹੋ ਰਹੀ ਹਾਂ। ਮੈਨੂੰ ਇਹੋ ਜਿਹਾ ਸੱਚ ਦਾ ਸੁਨੇਹਾ ਕਲਿੱਕ ਕਰ ਗਿਆ that my frustration is gone in a minute and I felt fulfilled. ਹੁਣ ਕਿਸੇ ਇਵੈਂਟ ਨਾਲ ਮੈਂ ਕਨੈਕਟ ਨਹੀਂ ਕੀਤੀ ਹੋ। ਉਹ ਕਿਵੇਂ ਤੁਹਾਨੂੰ ਕਲਿੱਕ ਕਰੇਗਾ ਲਾਈਕ ਬਿਕਾਜ਼ ਤੁਹਾਡੇ ਕੋਲ ਗੁਜ ਰਤਨ ਅੰਦਰ ਹੈਗੇ ਨੇ ਨਾ। ਸੋ ਐਨੀ ਟਾਈਮ ਅੱਜ ਸਵੇਰੇ ਹੀ ਮੈਨੂੰ ਇੱਕ ਚੀਜ਼ ਹੋਰ ਕਲਿੱਕ ਕੀਤੀ ਕਿ that's related to nutrition only. ਮੈਂ ਜਸਟ ਸ਼ਾਰਟ ਵਿੱਚ ਗੱਲ ਕਰਦੀ ਹਾਂ ਕਿ ਮੈਂ ਸੋਚਦੀ ਪਈ ਸੀ ਕਿ ਗ੍ਰੇਨਸ ਦਾ ਬੜਾ ਵੱਡਾ ਚੈਲੰਜ ਹੋ ਗਿਆ ਹੈ ਨਾ। ਗ੍ਰੇਨਸ ਆਰ ਫੁੱਲ ਆਫ ਪੈਸਟੀਸਾਈਡਸ ਐਂਡ ਸਟਫ ਲਾਈਕ ਦੈਟ। ਤੇ ਇੱਕ ਆਮ ਬੰਦੇ ਨੇ ਸਬਸਟੀਟਿਊਟ ਕਰਨਾ ਹੋਏ ਤੇ ਉਹਨੂੰ ਮੈਂ ਕੀ ਗੱਲ ਕਰਾਂ। ਤੇ ਮੈਨੂੰ ਇੱਕਦਮ ਕੁਇਕਲੀ ਬੈਠੇ ਬੈਠੇ ਸਡਨਲੀ ਜੰਪ ਕੀਤਾ, ਓ ਦਿਸ ਇਜ਼ ਅ ਵੈਰੀ ਗੁੱਡ ਆਪਸ਼ਨ। ਮੈਨੂੰ ਆ ਗਿਆ, ਹਾਲਾਂਕਿ ਲੰਗਾ ਪ੍ਰੋਸੈਸ ਹੈ, ਪਰ ਐਟਲੀਸਟ ਜਿਹੜੇ ਘਰ ਆਪਣੇ ਵਿੱਚ ਸੇਫ ਖਾਣਾ ਚਾਹਣਗੇ this option can work out for them. ਹੁਣ ਕੀ ਹੈ ਕਿ that you go through your inner and ਆਪਣੀ knowledge ਨੂੰ churn ਕਰਦੇ ਹੋ, ਹੈ ਨਾ, ਜੋ ਹੈਗੀ ਹੈ ਤੁਹਾਡੇ ਕੋਲ, or you pour some knowledge and you get it. It need not be some particular event. It could be, it could not be. It may be, it may not be. But ਤੁਹਾਡੇ ਅੰਦਰ potential ਉਹ ਵਾਲਾ ਜਿਹੜਾ ਹੈ ਉਸਨੇ ਪਾਇਆ ਹੋਇਆ ਹੈ। ਓਨਲੀ opportunity ਜਿਹੜੀ ਹੈ ਉਹ ਕਹਿ ਰਹੇ ਨੇ ਕਿ ਮੀਟ ਹੋਣੀ ਚਾਹੀਦੀ ਹੈ। ਜਿਵੇਂ ਤੁਸੀਂ ਕਹਿੰਦੇ ਹੋ ਕਿ ਇੱਥੇ ਆ ਕੇ ਮੀਟ ਹੋ ਗਈ, ਪਰ ਕਿਸੇ ਬੰਦੇ ਦੀ opportunity ਮੀਟ ਨਹੀਂ ਹੋਈ, ਉਹ ਸਿਰਫ used to ਹੈਗਾ ਹੈ to go to that place and offer offerings and state of mind ਦੇ ਵਿੱਚ ਉਹਦਾ ਕੁਝ ਵੀ ਪਰਿਵਰਤਨ ਨਹੀਂ ਹੈ। ਸਟਿਲ ਦਾ ਸੇਮ ਹੈ ਕਿ ਜਿੱਥੇ ਮਿਲਦਾ ਚਾਰ ਬੰਦਿਆਂ ਨੂੰ ਗਾਲਾਂ ਹੀ ਕੱਢ ਦਿੰਦਾ ਹੈ। ਸੋ ਤੁਸੀਂ ਦੋਨਾਂ ਨੂੰ ਇੱਕੋ ਜਿਹੀ ਗੱਲ ਨਹੀਂ ਕਰ ਸਕਦੇ। ਜੇ ਤੁਸੀਂ ਇੱਥੋਂ ਜਾ ਕੇ ਤੁਸੀਂ 6 ਘੰਟੇ ਵੀ ਆਪਣਾ ਕੈਰੀ ਮੈਸੇਜ ਨਹੀਂ ਕਰ ਸਕਦੇ ਬਲਿਸ ਵਾਲਾ, then you cannot say that ਉਹ ਪਲੇਸ ਦਾ ਚਾਅ ਆਉਂਦਾ ਹੈ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ
हर मंगल गाओ सखी ग्रह मंदिर बनिया सच ए बिग चेंज इन मी ਜਿੱਦਾਂ ਕਹਿੰਦੇ ਫਰੈਂਡ ਦੇ ਆਉਣ ਦਾ ਚਾਹ ਤੇ ਇੱਥੇ ਆਉਣ ਦਾ ਚਾਹ ਕਿਵੇਂ ਡਿਫਰੈਂਟ ਨੇ they all are the same मेरे हिसाब से I'm not talking that outer okay No, I thought you were relating that to yes this. no I am saying they all are the same I am saying just imagine that ਤੇ ਇਹੀ ਸੱਚ ਦੀ ਵਿਚਾਰ ਦਾ ਚਾਓ ਆ ਜਾਣਾ ਉਹ ਸੱਚ ਦੀ ਵਿਚਾਰ ਕਰ ਬੈਠੇ ਮੈਂ ਆਪਣੇ ਬੱਚੇ ਨਾਲ ਕਰਾਂ ਆਪਣੇ ਪਤੀ ਨਾਲ ਕਰਾਂ ਮੈਂ ਕਿਸੇ ਮੁਸਲਿਮ ਸਹੇਲੀ ਨਾਲ ਕਰਾਂ ਬਸ ਮੈਂ ਟਿੱਕਾਂ ਨਾ ਮੈਨੂੰ ਕੋਈ ਬੰਦਾ ਮਿਲ ਜਾਏ ਮੈਂ ਉਹਦੇ ਨਾਲ ਸੱਚ ਦੀ ਸਾਂਝ ਕਰਨ ਵਾਸਤੇ ਰੈਡੀ ਹਾਂ that is my priority because ਮੈਨੂੰ ਉਹਲਾ ਸੱਚ ਅੰਦਰੋਂ ਸੁਣਦਾ ਹੈ ਪਰ ਜੇ ਮੈਨੂੰ ਚਾਹ ਹੀ ਨਹੀਂ ਆਉਂਦਾ ਕਿਸੇ ਨਾਲ ਗੱਲ ਕਰਨ ਦਾ ਹੈ ਨਾ that means there is something missing I should be motivated now to talk about this मंगल गाओ सखी सखी कौन है मेरी इंद्रियां ज्ञान इंद्रियां आओ सारे मिलके ज्वाइन मी मेरा साथ दियो ग्रह मंदिर बनिया मंदिर मीन्स प्योरिटी अंदर ही मैनू प्योरिटी वाला हुण जिदा मंदिर बन गया वो गार्बेज ना फूड ही खाएगा ते ना सोच ही खाएगा ते ना है ना मंदिर दी सैंक्टिटी ਨੂੰ मेंटेन करेगा Yeah, it changes completely. It changes you from Yes, it inside. changes. Like you don't need anything from outside. yeah. Yeah. ਪਰ ਕਈ ਵਾਰੀ ਐਕਸਪੀਰੀਐਂਸਿਸ ਨਾ ਜਿਵੇਂ ਵੀਰ ਜੀ ਨੇ ਕਿਹਾ ਸੀ ਕਿ ਬੜਾ ਰਿਲੇਟਿਵ ਹੁੰਦਾ ਹੈ ਉਹਨੂੰ ਡਿਕ ਕਰਨਾ ਬੜਾ ਹੀ ਔਖਾ ਹੋ ਜਾਂਦਾ ਹੈ ਇੱਕ ਐਕਸਪੀਰੀਐਂਸ ਹੈ ਇੱਕ ਮਾਤਾ ਜੀ ਸਾਨੂੰ ਮਿਲੇ ਸਨ ਐਂਡ ਰੀਅਲੀ ਐਕਸਪੀਰੀਐਂਸਡ ਇਨ ਸਪਿਰਿਚੁਅਲਿਟੀ ਕਿ ਫੁੱਲੀ ਕੰਟੈਂਟਡ ਲੇਡੀ ਐਂਡ इतनी कंटेंटेड कि वो कहती मैं कभी किसी गुरुद्वारे में टुर के नहीं गई यू नो माई ओनली जॉब इज टू डू पानी विचार थोड़ी अपनी पढ़ना आले दुआले की बस जिन्नी सपोर्ट कर सकती हैं करते हैं पर साडी क्लास के जो पहली बार वो बैठ के डिस्कस किया उन्हें जो साढ़े को एंटर किया तो शी वॉज टोटली यू नो अगेंस्ट नॉन वैजीटेरियन कंसैप्ट सो कॉल्ड है ना जोड़ा होंदा एंड शी सेज कि मैं गुरु ग्रंथ साहब जी की पूरी विचारधारा के नाल उसनूं लगा के देख लिता है तो वन हैज़ टू बी वैजीटेरियन एंड क्लास के 8 घंटे बाद उठ के सल्यूट कर दिए दैट आई कुड नैवर थिंक दिस मच डीपर कि मैनू लग रहा है कि मैं पहले मैं सोच सी कि आई अचीव्ड एवरीथिंग मैनू लग रहा है कि मैं तो रुकिया होया नाला सी क्योंकि विचारां दा जिहड़ा वग है ना वो भी तो महसूस होना चाहिए सो शी सेड कि ओ आई वाज स्टक पर इन्ने वड्डे बंदे नॉर्मली एडमिट भी नहीं करते उम्र दे है ना उन्होंने अपना एक्सपीरियंस होता है बट शी एक्सपीरियंसड दैट एस सच दी विचार दा बेनिफिट हैगा है तुसी पर्सन दे माइंड नु चर्न करते हो विच क्लास ओ मंगल नित सखिए सोग दुख ना व्यापे गुर चरण लागे दिन सपागे अपना फिर जापे ਇੱਥੇ रुक जाइए 1 मिनट ਹੁਣੇ ਅਸੀਂ ਗੱਲ ਕਰ ਰਹੇ ਸੀ ਪਿਛਲੀ ਕਲਾਸ ਦੇ ਵਿੱਚ ਕਿ ਕੀ ਪੀਲ ਕਰਨਾ ਹੈ ਹੁਣ ਕੀ ਪੀਲ ਕਰਨ ਨੂੰ ਆ ਗਿਆ ਕਿ ਸਪਾਗੇ ਚੰਗੇ ਭਾਗ ਕਿਨੂੰ ਮੰਨਦੇ ਹਾਂ ਆਈ ਹੈਵ ਟੂ ਫਿਕਸ ਮਾਈ ਥਿੰਕਿੰਗ ਗੁਰ ਚਰਨ ਲਾਗੇ ਕਿ ਸੱਚ ਨੂੰ ਲੱਗਣ ਵਾਲੇ ਅਸੀਂ ਚੰਗੇ ਦਿਨ ਸਮਝਦੇ ਹਾਂ ਸੁਭਾਗ ਸਮਝਦੇ ਹਾਂ ਚੰਗੇ ਭਾਗ ਸਮਝਦੇ ਹਾਂ ਗੁੱਡ ਡੈਸਟਨੀ ਸਮਝਦੇ ਹਾਂ ਔਰ ਸਟਿਲ ਮੈਂ ਗੁੱਡ ਡੈਸਟਨੀ ਨੂੰ सिर्फ पे रोल के वधण दे नाल ही रिलेट कर सकती हाँ माइंड सिर्फ उत्थे ही रिलेट करता है कि यह गुड डेस्टिनी है सो उन्होंने जब तक मैं फील नहीं करती तब तक मैं सच के नेड़े नहीं आ सकती बट वी आर नॉट सेइंग अगेन कि असी वो लेना नहीं रेस नहीं लेना रिलेशनशिप रेस ते लेना ही है अनहत बाणी अनहत की हुंदा जी हम तक पढ़ चुके हैं बड़ी बारी जिन्हों वजाना नहीं पैंदा जिदे वास्ते ना सानू खास ड्रम बीट करने पैंदे ना म्यूजिक चलाना पैंदा है जिहड़ी कंटीन्यूअस इनसिस्टेंट मैसेज अंदर आंदा जांदा है मैनू कि तू इस सच ते अडोल बनिया रह गुर शपथ जानी हर नाम हर रस भोगो मतलब उस सच नूं मैं भोगदा वां कहे नानक प्रभ आप मिलिया करण कारण जोगो करण कारण जोगो मीन जो परमात्मा वो काल पुरख
ਮੈਨੂੰ ਮਿਲ ਪਿਆ। ਅਸੀਂ ਇਸ ਉੱਤੇ ਜ਼ਿਆਦਾ ਨਹੀਂ ਰੁਕਦੇ, ਸਿਰਫ ਇਤਨਾ ਹੀ ਵਿਚਾਰ ਕਰਦੇ ਹਾਂ ਕਿ ਮੈਨੂੰ ਐਂਥੂਸੀਆਜ਼ਮ ਕਿੰਨਾ ਹੈ ਅੱਜ ਦੀ ਡੇਟ ਦੇ ਵਿੱਚ। ਐਂਡ ਆਈ ਜਸਟ ਸੇ ਕਿ ਬੀ ਅਵੇਅਰ ਕਿ ਇਹ ਐਂਥੂਸੀਆਜ਼ਮ ਦੁਨੀਆ ਦੀ ਭਾਗ ਦੌੜ ਦੇ ਵਿੱਚ ਘੱਟ ਨਾ ਹੋ ਜਾਏ ਤੇ ਮੁੱਕ ਨਾ ਜਾਵੇ, ਅਪਸ ਐਂਡ ਡਾਊਨਸ ਦੇ ਵਿੱਚ ਖਤਮ ਨਾ ਹੋ ਜਾਵੇ। ਇਹ ਬਣਿਆ ਹੁਣ ਇੱਕ ਅੱਗੇ ਬਹੁਤ ਇੰਟਰਸਟਿੰਗ ਪੌੜੀ ਵਿੱਚ ਗੱਲ ਆਏਗੀ, ਸੋ ਆਈ ਵਾਂਟ ਯੂ ਟੂ ਆਲ ਰੀਡ ਇਟ ਲਿਟਲ ਮੋਰ ਵਿਦ ਕੰਸਨਟ੍ਰੇਸ਼ਨ ਐਂਡ ਰਿਲੇਟ ਇਟ ਕਿ ਕਿਹੜੇ ਦੇ ਵਿੱਚ ਨਵੀਂ ਇੱਕ ਸੁਣਿਆ ਹੈਗਾ ਹੈ। ਆਓ ਸਾਰੇ ਮਿਲ ਕੇ ਪੜ੍ਹਦੇ ਹਾਂ। इस जग में आई है, क्या तुझ कर्म कमाया, किए कर्म कमाया तुझ सरिया, जा तू जग में आया, जिन हर तेरा रचन रचिया, सो हर मन न बसाया, गुर प्रसादी हर मन बसिया, पूर्व लिखिया पाया, कहे नानक इस शरीर प्रवान हुआ, जिस सतगुर स्यों चित लाया। हाँ जी, ਹੁਣੇ ਪਹਿਲੇ ਕਹਿ ਰਹੇ ਸੀ ਇਹ ਸ਼ਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ। ਹੁਣ ਇੱਕਦਮ ਪਲਟ ਗਈ ਗੱਲ, ਇਹ ਸ਼ਰੀਰਾ ਮੇਰਿਆ ਇਸ ਜਗ में आए कि क्या तुद कर्म कमाया। So how you are going to relate? ਅਸੀਂ ਪਿੱਛੇ ਪੜ ਚੁੱਕੇ ਹਾਂ, ਇਹ ਸ਼ਰੀਰਾ ਮੇਰਿਆ और तुम में जोत रखी तातु जग में आया। नाउ फिर अगे पलट दिता फ्लिप साइड। कोई अपनी इनपुट पांदा है ਇਹਦੇ ਵਿੱਚ? Looks like did you fulfill your responsibility? That means कि ਜਦੋਂ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਜਦੋਂ ਮੈਂ ਅੰਦਰ ਸੱਚ ਨੂੰ ਵਸਾਇਆ ਤੇ ਹੁਣ ਮੈਂ ਆਪਣੀ ਐਕਚੁਅਲ ਵੈਲਿਊ ਨੂੰ ਪਛਾਣ ਕੇ ਹੁਣ ਇਸ ਸ਼ਰੀਰ ਨੂੰ ਕਹਿ ਰਿਹਾ ਬਾਹਰ ਵਾਲੇ ਨੂੰ ਕਿ ਕੀ ਤੂੰ ਸੱਚ ਕਮਾਇਆ। you know, finally ultimately realizing, finding the true value, intrinsic worth मेरी की है। जब तक उदी एहसास हो गया, उसने मैं रियलाइज कर लिता कि मैं कर की सकदा सी। अड्डी दमड़ी विच मैं जिंदगी अपनी खर्च कर दिती किस निक्के निक्के भाव विच वेच के। इन्नी छोटी जी गल ते ही नहीं बोलिया अपने स्पाउस नाल कि तू आटे विच वाल पा दिता ते 3 महीने रोटी नहीं खाधी। This happens around us. Oh, all the time. All the time. So ਹੁਣ ਇਹ realization है, ए शरीरा मेरिया इस जग में आए के क्या तुद कर्म, केड़ा कर्म? सच वाला डिवाइन एक्शन। एंड तुसी देख लो कि आम ही आई हुंदा, हुणे भी घरां दे विच किताब सिद्धी कर दित्ती जाए या किताब पुट्ठी रख दित्ती जाए, भांडा सिद्धा होए या पुट्ठा होए। सो यू नो ਅਸੀਂ ਕਿੱਥੇ ਆਪਣੀ એનર્ਜੀ ਲਗਾ ਦਿੰਨੇ ਆ। इट्स ओके जे किसी ने प्रेस ਤੁਹਾਡਾ कपड़ा ठीक नहीं ਕੀਤਾ आयरन ਤੇ ਆਪੇ ਜਾ ਕੇ ਕਰ ਲਓ ਜਾਂ ਦੁਬਾਰਾ ਕਰਵਾ ਲਓ, ਪਰ ਹੇਠੀ ਉਤਲੀ ਨਹੀਂ ਕਰ ਸਕਦੇ ਅਸੀਂ। ਦੈਟਸ ਸਾਡਾ ਆਈ ਥਿੰਕ ਸਾਡੇ ਇਹੋ ਜੀ ਮੈਂਟਲ ਫਿਕਸਿੰਗ ਹੀ ਕਰ ਦਿੱਤੀ ਗਈ ਹੈ। ਬੱਚੇ ਬਹੁਤ ਟਰੂਲੀ ਨੇ, ਅੱਜ ਉਹਨਾਂ ਨੂੰ ਅਸੀਂ ਮੂਲ ਮੰਤਰ ਪੂਰਾ ਪੜਾਇਆ ਬੱਚਿਆਂ ਨੂੰ ਸਵੇਰੇ ਘੰਟਾ ਡੇਢ ਲਗਾ ਕੇ, ਤੇ ਉਹਨਾਂ ਨੂੰ ਪੁੱਛਿਆ ਕਿ ਬ੍ਰਦਰ ਦੇ ਨਾਲ ਰਾਈਵਲਰੀ ਸਿਬਲਿੰਗ ਦੇ ਵਿੱਚ ਕਿਨੇ ਆਪਣੇ ਆਪ ਨੂੰ ਵਿਨ ਨਹੀਂ ਕੀਤਾ, ਐਂਡ ਦੇ ਸੇ ਮੈਂ ਨਹੀਂ ਕਰ ਸਕਦਾ। ਸੀ ਮਤਲਬ ਹੁਣੇ ਜੇਕਰ ਉਹ ਰਿਅਲਾਈਜ਼ ਕਰ ਲੈਣ ਇਸ ਗੱਲ ਨੂੰ, ਇਨ ਅ ਸ਼ਾਰਟ ਜਰਨੀ ਦੇ ਮਾਈਟ ਬੀ ਏਬਲ ਟੂ ਵਿਨ ਓਵਰ। ਪਰ ਚੂੰਕਿ ਵੀ ਟਰੈਵਲਡ ਸੋ ਲੌਂਗ ਵਿਦ ਦਿਸ ਐਟੀਟਿਊਡ, और ਜਿਉਂ-ਜਿਉਂ ਜਿੰਨੇ ਅਸੀਂ ਇਹਦੇ ਵਿੱਚ ਪੱਕੇ ਸਟਬਨ ਹੁੰਦੇ ਜਾਂਦੇ ਆ, ਉਨੇ ਹੀ ਦੂਸਰੇ ਬੰਦੇ ਸਾਡੇ ਕੋਲੋਂ ਪਿੱਛੇ ਹੁੰਦੇ ਜਾਂਦੇ ਨੇ, ਐਂਡ ਵੀ ਕੈਰੀ ਦਿਸ ਫॉर ਅ ਲੌਂਗਰ। ਸਾਰੇ ਕਹਿੰਦੇ ਇਹਨੂੰ ਕੀ ਕਹਿਣਾ ਹੈ ਨਾ। ਤੁਸੀਂ ਕੀ ਕੀਤਾ, ਕੁਐਸਚਨ ਕੀ ਗਿਆ ਸੀ ਉਹਨਾਂ ਨੂੰ ਇਹ ਦਿੱਤਾ ਸੀ ਕਿ ਤੁਸੀਂ ਤੁਹਾਡਾ ਜਿਹੜੇ ਭੈਣ ਭਰਾ ਦੇ ਨਾਲ ਜਿਹੜੀ ਆਪਸ ਵਿੱਚ ਰਾਈਵਲਰੀ ਸਿਬਲਿੰਗ ਰਾਈਵਲਰੀ ਚੱਲਦੀ ਹੈ ਹਰ ਵਕਤ ਨਾ, ਤੇ ਉਹ
ਕਿ ਕੌਣ ਹੁਣ ਤੱਕ ਵਿਨ ਨਹੀਂ ਕਰ ਸਕਿਆ, ਬਿਕੋਜ਼ ਉਹ ਵੈਰੀ ਆਫਟਨ ਉਹ ਐਕਸਰਸਾਈਜ਼ ਹੁੰਦੀ ਹੈ, ਤੇ ਜਿਹੜੇ ਨਹੀਂ ਵਿਨ ਕਰ ਸਕੇ ਦੇ ਸਟਿਲ ਰੇਜ਼ ਹੈਂਡ ਕਿ ਨਹੀਂ ਮੇਰੀ ਹੈਗੀ ਹੈ, ਬਿਕੋਜ਼ ਅਸੀਂ ਉਹਨੂੰ ਕੀ ਕਹਿ ਰਹੇ ਹਾਂ, ਲਵਿੰਗ ਟੂਵਰਡਸ ਆਲ ਪ੍ਰੈਕਟਿਸ ਕਰਾ ਰਹੇ ਸੀ। ਇਸੇ ਮੈਂ ਨਹੀਂ ਕਰ ਸਕਦਾ, ਐਂਡ ਦੈਨ ਦੇ ਆਰ ਵੈਰੀ ਰਾਈਟ। ਹੀ ਮੇਕਸ ਮੀ ਐਂਗਰੀ ਐਵਰੀ ਮਿਨਟ, ਹੀ ਡਿਸਟਰਬਸ ਮਾਈ ਸਟਫ, she does this to me, ਤੇ ਉਹੀ ਐਟੀਟਿਊਡ ਸਾਡਾ ਅੱਗੇ ਚੱਲਦਾ ਹੈ ਨਾ। ਹੁਣ ਐਟ ਦਿਸ ਏਜ ਉਹ ਪਹਿਚਾਨ ਰਹੇ ਨੇ ਕਿ ਇੰਝ ਹੁੰਦਾ ਮੇਰੇ ਨਾਲ, ਪਰ ਦੇ ਆਰ ਸੋ ਇਨੋਸੈਂਟ ਕਿ ਉਹਨਾਂ ਨੂੰ ਸਮਝਾਇਆ ਹੈ ਕਿ ਤੁਹਾਨੂੰ ਬਲੈਸਿੰਗ ਮਿਲੇਗੀ ਜੇ ਤੁਸੀਂ ਆਪਣੇ ਹੱਥ ਖੜੇ ਕਰੋਗੇ ਤਾਂ, ਐਂਡ ਦੇ ਡੂ ਇਟ ਨਾਓ, ਦੇ ਆਰ ਫੁੱਲੀ ਟ੍ਰੇਨਡ, ਦੇ ਡੂ ਇਟ, ਓਪਨਲੀ ਡਿਸਕਸ ਕਰਦੇ ਨੇ ਹੁਣ ਕੁਝ ਵੀ ਪੁਆਇੰਟ ਹੋਏ ਤੇ। Sorry, so what you teach them, like change your thinking to ਹਾਂਜੀ, ਇੱਕ ਤੇ ਗੁਰਬਾਣੀ ਨੂੰ ਐਕਸਰਸਾਈਜ਼ ਕਰਦੇ ਨੇ, ਜਿਵੇਂ ਉਹਨਾਂ ਨੂੰ ਸੋਹਿਲਾ ਬਾਣੀ ਬੜੇ ਡਿਟੇਲ ਚ ਪੜਾਇਆ ਤੁਸੀਂ, ਉਹਨਾਂ ਦਾ ਇੱਕ YouTube ਵੀ ਅਸੀਂ ਬਣਾਈ ਹੈ ਉਹਨਾਂ ਦੀ ਇੱਕ ਦੀ। ਸੋ ਆਈ ਪੁੱਟ ਦਾ ਕਨਸੈਪਟ ਐਂਡ ਦੈਨ ਦੇ ਬ੍ਰਿੰਗ ਦਾ ਐਗਜ਼ਾਮਪਲ ਐਂਡ ਦੈਨ ਵੀ ਅਪਲਾਈ ਇਟ ਟੁਗੇਦਰ, ਐਂਡ ਅਸੀਂ ਸੋਚਦੇ ਹਾਂ, ਫਿਰ ਪੁੱਛਦੇ ਹਾਂ ਕਿ ਕਿਹਦੇ ਕੋਲ ਇਹ ਪੋਸੀਬਲ ਨਹੀਂ ਹੈ, ਕਿਉਂ ਨਹੀਂ ਹੈ, ਐਂਡ ਦੈਨ ਦੇ ਟਾਕ देयर ਹਰਡਲਸ। ਸੋ ਨਾਓ ਕੀ ਹੋਇਆ, ਉਹਨਾਂ ਦੀਆਂ ਫਾਈਲ ਖੁੱਲਣੀਆਂ ਸ਼ੁਰੂ ਹੋ ਗਈਆਂ ਨੇ, they know it ਕਿ they have to do it. It's not only bache, I think it's all adults. Everybody, yeah. Everyone. It's not just Our kids. files are blocked totally. Yeah. We still get angry. We still can get over our anger or something. So And those files are still closed. And we always feel that he makes me angry, you know, he makes me. He bugs me. He's right there. फिर सोचते नहीं बाबा जी गुस्सा करेंगे, don't think like that, and then again you go back. It's the vicious ਨਹੀਂ, circle. ਅਸੀਂ ਐਕਚੁਅਲੀ ਮੈਂ ਇੰਜ ਨਹੀਂ ਸੋਲਵ ਕਰਦੀ ਆਪਣੀ ਪ੍ਰੋਬਲਮ, ਆਈ ਆਲਵੇਜ਼ ਸੋਲਵ ਦਾ ਰੂਟ, ਦਾ ਬੇਸ। ਸੋ ਵੈਨ ਕਿਸੇ ਵੀ ਵਿਕਾਰ ਦਾ ਜਿਹੜਾ ਤੁਹਾਨੂੰ ਜਦੋਂ ਉਹ ਕਰਦਾ ਹੈ, ਓਵਰਕਮ ਕਰਦਾ ਹੈ, ਟੂ ਸੀ ਦਾ ਰੂਟ ਇਜ਼ ਈਦਰ ਇਗਨੋਰੈਂਸ ਔਰ ਯੋਰ ਈਗੋ। ਈਦਰ ਇਗਨੋਰੈਂਸ, ਅਗਿਆਨਤਾ ਹੈ ਤੁਹਾਡੇ ਕੋਲ, ਗਿਆਨ ਲਵੋ, ਗਿਆਨ ਲੋਗੇ ਚਾਨਣ ਹੋ ਜਾਏਗਾ, ਗੱਲ ਸਮਝ ਆ ਜਾਏਗੀ, lack of knowledge ਹੈ। Second is ego is a big hurdle, so try to see your ego ਹੈ, ਤਿੰਨ ਅੰਤਰ ਹੋਮੇ ਕੰਡਾ ਹੈ, ਇਹ ਚੁਗਣੀ ਹੈ, ਤੈਨੂੰ ਬਾਦਰ ਕਰਨੀ ਹੈ। Or your shakti to excuse someone, like कई नहीं, माफ वो- करना बड़ा मुश्किल है। ਉਹ ਸਾਰਾ ਕੁਝ ਈਗੋ ਤੋਂ ਹੀ ਨਿਕਲਦਾ ਹੈ ਨਾ, ਬੇਸ ਇਜ਼ ਦਾ ਈਗੋ। ਮੈਂ ਕਿਸੇ ਨੂੰ ਮਾਫ ਕਿਉਂ ਨਹੀਂ ਕਰ ਸਕਦੀ, ਬਿਕੋਜ਼ ਮਾਈ ਈਗੋ ਸਟਾਪਸ ਮੀ। ਸੋ ਈਗੋ ਇਜ਼ ਦਾ ਬੇਸ। ਸੋ ਈਗੋ ਦਾ ਜੋ ਕੰਮ ਕਰਾਂਗੇ, ਈਗੋ ਤੇ ਕਿਵੇਂ ਕੰਮ ਕਰਾਂਗੇ, ਆਪਣਾ ਮੂਲ ਪਛਾਣਨਾ ਪਏਗਾ, ਆਪਣੇ ਸੋਰਸ ਨਾਲ ਜੁੜਨਾ ਪਏਗਾ। ਜਦੋਂ ਮੈਂ ਕਲਾਸ ਵਿੱਚ ਬੱਚਿਆਂ ਨੂੰ ਪੁੱਛਿਆ ਸੀ ਕਿ ਕਿੰਨੇ ਬੱਚੇ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਿਤਾ ਮੰਨਦੇ ਨੇ, 11 ਬੱਚਿਆਂ ਵਿੱਚੋਂ ਸਿਰਫ ਇੱਕ ਬੱਚੇ ਨੇ ਹੱਥ ਖੜਾ ਕੀਤਾ ਸੀ, ਉਹ ਪੂਰਾ ਰਿਕਾਰਡਡ ਹੈ। ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ 11 ਨੇ ਹੱਥ ਨਹੀਂ ਖੜਾ ਕੀਤਾ, ਤੁਸੀਂ ਬੜੇ truthful ਹੋ, ਥੈਂਕ ਯੂ, ਹੈ ਨਾ, ਪਰ ਤੁਸੀਂ ਐਦਾਂ ਕਰੋ ਕਿ ਇੱਕ ਗੁਰੂ ਗੋਬਿੰਦ ਸਿੰਘ ਜੀ ਦੀ ਕਿਤਾਬ ਅੱਜ ਹੀ ਬਾਏ ਕਰਕੇ ਇਹਨੂੰ ਤੁਸੀਂ ਪੜੋਗੇ, ਐਂਡ ਦੈਨ ਲੈਟ ਮੀ ਨੋ ਆਫਟਰ 1 ਮੰਥ ਕਿ ਥੋੜਾ ਜਿਹਾ ਰਿਸ਼ਤਾ ਬਣਿਆ। ਤੇ ਦੈਟ ਗਰਲ ਸੈਡ ਮੈਂ ਆਲਰੇਡੀ ਪੜ ਚੁੱਕੀ ਹਾਂ। ਮੈਂ ਕਿਹਾ ਦੈਟਸ ਵਾਈ ਯੂ ਆਰ ਕਨੈਕਟਡ। Which book? ਕੋਈ particular book? ਉਹ ਮੈਂ ਦੱਸ ਦਿਆਂਗੀ, ਬਟ ਯੂ نو ਆਈ ਗਿਵ them the way। ਕੱਲ ਮੈਂ ਉਹਨਾਂ ਨੂੰ ਸ਼ਬਦ ਪੜਾਇਆ, ਕਾਦੂ ਅੰਜਲੀ ਪਨਵੱਡਾ ਹੈ ਨਾ, ਉਹ ਵਾਲਾ, ਐਂਡ ਆਈ ਗੇਵ them exercise ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਾਓਗੇ, ਜਿਨ੍ਹਾਂ ਦੇ ਬੱਚੇ ਇੱਥੇ ਪੜ੍ਹਦੇ ਨੇ, ਮਤਲਬ ਨੈਕਸਟ ਕਲਾਸ ਆਉਣ ਤੋਂ ਪਹਿਲੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਾਓਗੇ ਐਂਡ ਅੰਜਲੀ ਕਰਕੇ ਤੁਸੀਂ ਉੱਥੇ ਮੰਗੋਗੇ। ਕੀ ਮੰਗੋਗੇ? ਕਿ ਤੁਹਾਡੇ ਸੱਚ ਦਾ ਗਿਆਨ ਮੈਂ ਅੱਜ ਮੰਗਣ ਆਈ ਹਾਂ, ਮੈਨੂੰ ਪਾ ਦਿਓ। ਕਾਰਡਨ ਦਿਓਤ ਬਨਵੱਡਾ। So you have to do this exercise physically. Go there and do it. So they are getting trained now. ਪਰ ਅਸੀਂ ਇਸ ਤਰੀਕੇ ਦੇ ਨਾਲ ਅਸੀਂ ਇੱਥੇ ਮੱਥਾ ਟੇਕ ਆਈਏ, ਗੁਰਪੁਰਬ ਹੈ ਨਾ, ਮਹੀਨਾ ਹੋ ਗਿਆ ਮੈਂ ਗੁਰਦੁਆਰੇ ਨਹੀਂ ਗਈ, ਮੱਥਾ ਟੇਕ ਆਈਏ, that's no reason ਮਹੀਨਾ ਹੋ ਗਿਆ। That's our way, ਹੈ ਨਾ। So we shouldn't be doing that. चलो, शरीरा मेरिया इस जग में आए कै क्या तुद करम कमाया। करम दुनियावी ते सारे कीते ने, मतलब सच वाला, डिवाइन एक्शन वाला सवाल पूछ रहे ने कि किथे है तेरा, की करम कमाया तुद शरीरा जा तू जग में आया।
जिन हर तेरा रचन रचिया सो हर मन न वसाया। गुर प्रसादी हर मन वसिया पूरब लिखिया पाया। प्लीज थोड़ी हेल्प करो जिन्हों समझ आना शुरू हो गया हुण पूरब लिखिया पाया। ਵੀ ਜਿਹੜਾ ਆਪਾਂ ਇਸ ਤੋਂ ਪਹਿਲਾਂ ਜਿਹੜਾ ਕਰਮ ਕਮਾ ਲਿਆ ਉਹ ਸਾਡਾ ਪੂਰਬੀ ਬਣ ਗਿਆ। नहीं पूरी लाइन दा मीनिंग समझाओ ना। पूरा तो पूरा इस लाइन नु पिंज एक्सप्लेन करोगे। गुर प्रसादी हर मन वसिया पूरब लिखिया पाया। गुर प्रसादी हर मन वसिया। गुर प्रसादी की है गुरु दे ज्ञान दी कृपा दे नाल हरि विच मन विच वस जांदा है। एही पूरब लिखिया है, एही नियमावली लिखी हुई है, लिखिया पाया। इट वर्क्स लाइक दिस कि जे तू सच्चा ज्ञान लेना वे ते हरि मन विच वस जांदा है ते एही पूरब लिखिया कॉन्स्टिट्यूशन है, एही रब्बी नियमावली है। पूरब लिखिया पाया। पूरब की होया जड़ा की सिद्धांत रा सच जड़ा कॉन्स्टिट्यूशन लिखिया होया है कि सच जो तू लेगा ते सच दा ज्ञान दे द्वारा गुरु दी विजडम दे द्वारा विवेकता द्वारा तेरे अंदर हरि वस जांदा है, वस ही जाएगा। नियमावली दी गल कीती है। कहे नानक ए शरीर परवान होवा जिन सतगुर स्यों चित लाया। इस पौड़ी विच सिर्फ क्योंकि रब्बी निज़मावली के में सीट गई। ओके ओके एक्चुअली ना मैं इत्थे एक गुरबाणी दी तुक लिखना भुल गई सी नाल प्रिंट करनी और आई माइट नॉट रिकलेक्ट होने दिस टाइम ते कि इतने सारे शब्द ने जिदे विच पूरब लिखिया दा। वैसे तो सानू पता है कि पूरब लिखिया की होंदा है कि इस तो पहला वाला जिहड़ा मोमेंट होंदा वो तुसीं लिखदे हो तुहाडे वास्ते पूरब लिखिया हो जांदा है एज भैन जी सैड। एक पूरब लिखिया की है कि जो नियमावली दे विच जो कॉन्स्टिट्यूशन दे विच रब जी ने लिखिया है। तुसी जेकर मैं सपोर्ट वास्ते तुहानू गुरबाणी दी तुक दियां ते शायद मैं इस वक्त असमर्थ हो जावांगी माइंड नू रिकलेक्ट करन दे विच। बट पूरब लिखिया मीनस कि कोई नियमावली दे विच जिहड़ी गल लिखी चली आ रही है पूरब, क्योंकि धरती दे उत्ते ते नियमावली चलदी आ रही है ना। सो वो नियमावली की है कि गुर प्रसाद गुरु दी कृपा दे विच तैनू सच मिलता है, रब हासिल हुंदा है। जे असी इत्थे ए वाला पूरब मान लईए है ना अपने लेखां वाला ते फिर ऊपर वाली लाइन देखो, जिन हर तेरा रचन रचिया सो हर मन न वसाया। उत्ते ते नेगेटिव चल रही है ना गल। रिलेट कर सकते हो दोनों ਨੂੰ? हाँ, इस करके नीचे वाला जेड़ा है जो मेरी समझ विच आया है कि गुर प्रसादी हर मन वसिया पूरब लिखिया पाया। टाइम इंग्लिश भी इंज ही लिखिए as per the eternal divine constitution the divine abides within one's mind through the grace of Guru। कि सानू विचोला चाहिए। विचोला की है सच्चा ज्ञान, परम भुलेखे डाउट ते हेठा साडे अंदर रब नहीं वस सकदा। टोटल एनलाइटनमेंट सच सानू चाहिए। माइंड रिसाइड्स विदिन वनस माइंड। थोड़ा जिहा तुसी डिस्कस कर लो क्योंकि अगलियां दो पुड़ियां थोड़ी जी डिटेल मंगणगियां। वर्ल्डली ऑनर एंड डिवाइन ऑनर शरीर परवान होवा। परवान किथे हुंदा है शरीर? वर्ल्डली ऑनर की है ते डिवाइन ऑनर की है? बेसिक डिफरेंस की है? पहले वर्ल्डली ऑनर की गल करो, दुनियावी जिहड़ा मान मिलदा है परवानगी।
ਸਿਰੋਂ ਪਾਣੀ ਵਰਲਡਲੀ ਆਨਰ ਜਾਂ ਕੋਈ ਵੀ ਆਪਾਂ ਨੂੰ ਇੱਥੇ ਆਨਰ ਕਰਦਾ ਜੀ ਕਿਸੇ ਵੀ ਫੰਕਸ਼ਨ ਤੇ ਬੁਲਾ ਕੇ ਕੀਤਾ ਜਾਂਦਾ, ਸੋ ਦੈਟ ਇਜ਼ ਅ ਵਰਲਡਲੀ ਆਨਰ ਆਪਾਂ ਕਹਿ ਸਕਦੇ ਹਾਂ। ਡਿਵਾਈਨ ਆਨਰ ਉਹਦੇ ਵਾਸਤੇ ਕੀ ਬੇਸ ਹੁੰਦੀ ਹੈ? ਵਰਲਡਲੀ ਆਨਰ ਵਾਸਤੇ ਕੀ ਬੇਸ ਯੂਜ਼ ਹੁੰਦੀ ਹੈ? ਕੋਈ ਵੀ ਤੁਹਾਡੀ ਫਿਜ਼ੀਕਲ ਜਾਂ ਆਪਣੀ ਦੁਨਿਆਵੀ ਅਚੀਵਮੈਂਟ ਜੋ ਤੁਹਾਨੂੰ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਉਹ ਹਾਸਲ ਹੋ ਸਕਦਾ। ਫੇਅਰ ਵੀ ਹੋ ਵੀ ਸਕਦਾ, ਅਨਫੇਅਰ ਵੀ ਹੋ ਸਕਦਾ, ਅਨਫੇਅਰ ਵੀ ਹੋ ਸਕਦਾ ਹੈ ਨਾ, Yeah. ਬਹੁਤ ਵੇ ਚੀਟਿੰਗ ਵੀ ਹੁੰਦੀ ਹੈ, ਚੀਟਿੰਗ ਵੀ ਹੁੰਦੀ ਹੈ, fair and unfair. ਨੰਬਰ 1 ਇਨ ਸਪੋਰਟਸ ਮੈਡਲ ਟੂ ਦੀ ਪੁਆਇੰਟ। Yeah. ਸਪੋਰਟਸ ਵਿੱਚ ਰੇਸ ਉਹਦੇ ਵਿੱਚ ਅਨਫੇਅਰ ਵੀ ਹੋ ਸਕਦਾ ਨਾ ਜੀ ਰਾਈਟ या both ways हो सकता है ना। Yeah. Anybody can do partiality, anybody Yes. can do cheating, or anybody is misinformed. ਜੀ ਜੀ ਰਾਈਟ So anybody wants to do favor to anybody, ਉਹਨੂੰ ਦੇ ਦਿੱਤਾ। yeah So worldly honor is just always, subject to one's, ਕਿੰਨੀ ਉਹਦੀ ਕਿਸ ਨੂੰ ਕੋਈ ਮੁੱਲ ਪਾਣਾ ਚਾਹੁੰਦਾ ਹੈ ਨਾ। ਜੇ ਕੋਈ ਬਿਲਕੁਲ ਅੱਛਾ ਵਾਓ, ਇੱਥੇ ਧਿਆਨ ਆ ਗਿਆ ਮੈਨੂੰ, ਜਿਤਨੇ ਮਨੁੱਖਾਂ ਨੇ ਧਰਤੀ ਤੇ ਜੈਨੂਅਨ ਕੰਮ ਕੀਤਾ ਹੈ, ਖਾਸ ਕਰਕੇ ਮੈਂ ਪੁਰਾਣੀਆਂ ਗੱਲਾਂ ਤੇ ਨਹੀਂ ਕਰਦੀ, ਮੈਂ ਜਿੰਨੀ ਰਿਸਰਚ ਕਰਦੀ ਹਾਂ ਕਹਿੰਦਾ 1930s 20s ਦੇ ਬਿਗਨਿੰਗ ਦੀ ਮੈਂ ਤਾਂ ਹਮੇਸ਼ਾ ਤੁਹਾਨੂੰ ਗੱਲ ਕਰਦੀ ਹਾਂ, ਜੋ ਚੇਂਜ ਹੋਇਆ ਹੈ ਉਹਨਾਂ ਨੂੰ ਐਕਚੁਅਲੀ ਹੀ ਨੋਬਲ ਪ੍ਰਾਈਜ਼ ਔਰ ਆਨਰ ਨਹੀਂ ਦਿੱਤਾ ਗਿਆ। ਇੱਕ ਫਸਟ ਐਗਜ਼ਾਮਪਲ, ਅੱਜ ਦੁਨੀਆ ਦੇ ਵਿੱਚ ਇਹ ਕੈਂਸਰ ਨਾ ਹੁੰਦੀ ਜਿਹੜੀ ਸਾਡੇ ਸਾਹਮਣੇ ਹੈ ਨਾ, ਬੰਦੇ ਇਸ ਤੋਂ ਬੱਚੇ ਹੁੰਦੇ, ਜੇ ਕੈਂਸਰ ਦੀ ਫਸਟ ਰਿਸਰਚਰ ਕੀ ਨਾਂ ਹੈ ਉਹਦਾ, ਬਡਵਿਗ ਜਿਹੜੀ ਹੈ, ਜੇ ਉਹਨੂੰ ਅੱਜ ਨੋਬਲ ਪ੍ਰਾਈਜ਼ ਦੇ ਕੇ ਉਹਦੀ ਰਿਸਰਚ ਨੂੰ ਮੰਨ ਲਿੱਤਾ ਜਾਂਦਾ, 5 ਟਾਈਮਸ ਨੋਮੀਨੇਟ ਹੋਈ ਹੈ, 5 ਟਾਈਮ ਕੰਸੀਡਰ ਕੀਤਾ ਗਿਆ ਔਰ ਉਸਨੂੰ ਪਿੱਛੇ ਕਰ ਦਿੱਤਾ ਬੈਕ ਬੈਂਚ ਤੇ। ਕਿਉਂ ਨਹੀਂ ਦਿੱਤਾ? ਬਿਕੋਜ਼ ਜੇ ਉਹਦੀ ਰਿਸਰਚ ਨੂੰ ਐਕਸੈਪਟ ਕਰ ਲਿੱਤਾ ਗਿਆ, ਇਹ ਸਾਰਾ ਫਾਰਮਾਸਿਊਟੀਕਲ ਜ਼ੀਰੋ ਹੋ ਜਾਏਗਾ। ਸੋ ਦੁਨਿਆਵੀ ਆਨਰ ਦੀ ਤੇ ਕੋਈ ਬੇਸ ਹੀ ਨਹੀਂ ਹੈ। ਜੈਨੂਅਲ ਬੰਦੇ ਤੇ ਰਹਿ ਹੀ ਜਾਂਦੇ ਨੇ ਉਹਦੇ ਵਿੱਚ। ਐਂਡ ਦਿਸ ਇਜ਼ ਇੱਕ ਮੈਂ ਰਿਸਰਚਰ ਦੀ ਗੱਲ ਕੀਤੀ, ਇਸ ਤਰ੍ਹਾਂ ਦੇ ਕਿਤਨੇ ਹੀ ਬੰਦੇ ਨੇ ਜਿਨ੍ਹਾਂ ਦੇ ਨਾਲ ਜਸਟਿਸ ਨਹੀਂ ਹੋਇਆ, ਦੇ ਡਿਡ ਗੁੱਡ ਵਰਕ ਐਂਡ ਦੇ ਵਰ ਨਾਟ ਰਿਕੋਗਨਾਈਜ਼ਡ। ਦੈਟ ਮੀਨਸ ਦੁਨਿਆਵੀ ਆਨਰ ਦੇ ਪਿੱਛੇ ਪੈਸਾ ਔਰ ਫੇਮ ਹਮੇਸ਼ਾ ਕੰਮ ਕਰਦਾ ਹੈ। ਦੂਸਰਾ ਬੋਲੋ ਜੀ। ਦੂਸਰਾ, ਜਦੋਂ ਤੁਸੀਂ ਇੰਟਰਨਲੀ ਜਿਹੜੇ ਆਪਾਂ ਸੱਚ ਦੇ ਰਾਹ ਤੇ ਜਦੋਂ ਆਪਾਂ ਚੱਲ ਰਹੇ ਹਾਂ ਜਾਂ ਆਪਾਂ ਉਹ ਅਚੀਵ ਕਰਨਾ ਚਾਹ ਰਹੇ ਹਾਂ, ਜਦੋਂ ਤੁਸੀਂ ਕਰ ਰਹੇ ਹੋ, ਤੁਸੀਂ ਇੱਕ ਸਟੈਪ ਨੈਕਸਟ ਸਟੈਪ ਜਦੋਂ ਤੁਸੀਂ ਉਸ ਤੇ ਕਿਸੇ ਆਪਾਂ ਕਹਿ ਸਕਦੇ ਥੋੜੀ ਜਿਹੀ ਜਰਨੀ ਕਵਰ ਕਰ ਲੈਂਦੇ ਹੋ, ਉਦੋਂ ਤੁਹਾਨੂੰ ਆਪਣੇ ਆਪ ਨੂੰ ਜਿਹੜਾ ਆਨਰ ਮਿਲਦਾ ਕਿ ਮੈਂ ਇੱਥੇ ਸੀਗਾ 6 ਮਹੀਨੇ ਪਹਿਲਾਂ, ਹੁਣ ਮੈਂ ਜਾਂ ਮਤਲਬ ਮੈਂ ਇੱਥੇ ਪਹੁੰਚ ਗਿਆ, ਤੇ ਉਹ ਆਨਰ ਹੈ ਜੀ, ਮਤਲਬ ਮੇਰੇ ਖਿਆਲ ਚ। ਦਿਸ ਇਜ਼ ਵੈਰੀ ਗੁੱਡ ਐਗਜ਼ਾਮਪਲ ਕਿ ਵੀ ਇਸ ਆਨਰ ਵਾਸਤੇ ਬਾਹਰ ਵਾਲਿਆਂ ਦੀ ਉਹਦੀ ਲੋੜ ਨਹੀਂ ਹੈ, ਬੈਟਿੰਗ ਦੀ। ਡਿਵਾਈਨ ਆਨਰ ਪ੍ਰਵਾਨ ਹੋਇਆ that inside you know that I have overcome this, ਹੈ ਨਾ, I am free from this bonding, ਇੱਥੋਂ ਮੈਂ ਮੁਕਤ ਹੋ ਗਿਆ, ਆਪਣੀ ਨਜ਼ਰਾਂ 'ਚ ਆਪਣੀ ਵੈਲਿਊ ਵਧਣੀ, ਮਤ ਸ਼ਰਮਿੰਦਾ ਥੀਵੇਂ ਸਾਈਂ ਦੇ ਦਰਬਾਰ। when I do again ਉਹ ਵਾਲਾ ਕੰਮ ਤੇ ਮੈਂ ਅੰਦਰ ਸ਼ਰਮਿੰਦਗੀ ਉਠਾਉਂਦਾ ਵਾਂ, because now I know it। ਇਸ ਤੋਂ ਬਾਅਦ ਇਹੋ ਜਿਹੇ ਬੰਦੇ ਨੂੰ ਕੋਈ ਬਾਹਰ ਦੇ ਦੇਵੇ ਭਲਾ, ਜੇ ਕੋਈ ਨਾ ਵੀ ਦੇਵੇ ਤਾਂ ਵੀ ਠੀਕ ਹੈ, ਇਟਸ ਓਕੇ। ਭੈਣ ਜੀ ਨੇ ਮਿਸ ਕੀਤਾ ਹੈ ਇਹ ਵਾਲੀ ਗੱਲ, ਇਹਨਾਂ ਨੇ ਬਹੁਤ ਅੱਛਾ ਐਗਜ਼ਾਮਪਲ ਦਿੱਤਾ ਹੈ ਡਿਵਾਈਨ ਆਨਰ ਵਾਲਾ। ਐਨੀਬਡੀ ਉਹਨਾਂ ਦੀ ਗੱਲ ਉਹ ਆਪ ਨਾ ਕਰਨ, ਹੁਣ ਕੋਈ ਹੋਰ ਕਰ ਦੇਵੇ ਤਾਂ ਜਸਵਿੰਦਰ ਜੀ ਤੁਸੀਂ ਸ਼ੇਅਰ ਕਰ ਦਿਓ। ਸੋ ਬੇਸਿਕ ਕੀ ਕੱਢਿਆ ਸੀ ਵਰਲਡਲੀ ਆਨਰ ਐਂਡ ਡਿਵਾਈਨ ਆਨਰ ਦਾ? ਇਹ ਵਰਲਡਲੀ ਹੈ ਕਿ ਕੋਈ ਵੀ ਫੰਕਸ਼ਨ ਜਾਈਏ ਆਪਾਂ, ਜਿਵੇਂ ਕੋਈ ਵੀ ਪਰਸਨ ਹੈਗਾ ਤੇ ਸਰਟਨ, ਜਿਵੇਂ ਕੋਈ ਆਪਣੇ ਪਿਕਨਿਕ ਤੇ ਗਏ, ਲੈਟਸ ਸੇ ਐਗਜ਼ਾਮਪਲ ਉਹਦੀ, ਉੱਥੇ ਰੇਸਿੰਗ ਹੁੰਦੀ ਹੈ ਬੱਚਿਆਂ ਦੀ, ਰਾਈਟ, ਉੱਥੇ ਆਪਾਂ ਉਹਨਾਂ ਨੂੰ ਬੁਲਾ ਕੇ ਕੱਪ ਦਿੱਤੇ ਜਾਂਦੇ ਆ, ਮੈਡਲ ਦਿੱਤੇ ਜਾਂਦੇ ਹੈਗੇ ਆ, ਉਹ ਸਾਰੀ ਚੀਜ਼ਾਂ ਕਿ ਵਰਲਡਲੀ ਆਨਰਸ ਹੋ ਗਈਆਂ। ਤੇ ਡਿਵਾਈਨ ਆਨਰ ਹੈਗਾ ਇਹਦੇ ਚ ਜਸਟ ਟੇਕ ਦੀ ਕੇਸ ਆਫ ਪਿੰਗਲਵਾੜਾ, ਜਿਹਨੇ ਪਿੰਗਲਵਾੜਾ ਸਟਾਰਟ ਕੀਤਾ, ਰਾਈਟ, ਐਂਡ ਹੀ ਹੈਲਪ ਲੋਟ ਆਫ ਹਿਊਮੈਨਿਟੀ, ਰਾਈਟ, ਗਰੀਬ ਲੋਕਾਂ ਨੂੰ ਹੈਲਪ ਕੀਤੀ ਉਹਨੇ। And that person, he was himself so poor. He doesn't have car, nothing at all. The radiant ਤੇ ਮਰੀਜ਼ਾਂ ਨੂੰ ਬਿਮਾਰਾਂ ਨੂੰ ਢੋਂਦਾ ਰਹਿੰਦਾ ਸੀਗਾ। ਭਗਤ ਪੂਰਨ ਸਿੰਘ ਦੀ ਗੱਲ ਕਰਦੇ ਹਾਂ, ਜਿਹਦੇ ਨਾਂ ਤੇ ਹੁਣ ਮਤਲਬ ਕਿ ਸਕਾਰਪੋ ਗੁਰੂ ਘਰ ਦੇ ਵਿੱਚ ਪਾਰਕ ਵੀ ਬਣਿਆ, ਭਗਤ ਪੂਰਨ ਸਿੰਘ ਨਾਂ ਤੇ ਪਾਰਕ ਵੀ ਬਣਾਇਆ ਗਿਆ। ਸੋ ਬਿਕਾਜ਼ ਉਹ ਬੰਦੇ ਨੇ ਇੰਨੀ ਅਚੀਵਮੈਂਟ ਕੀਤੀ ਲਾਈਫ ਦੇ ਵਿੱਚ, ਇੰਨਾ ਸਾਥ ਦਿੱਤਾ,
ਗਰੀਬ ਲੋਕਾਂ ਦਾ ਨੇ ਤੇ ਪਰ ਅਸੀਂ ਤੁਸੀਂ ਉਹ ਐਗਜ਼ਾਮਪਲ ਤੇ ਯੂਜ਼ ਕੀਤਾ ਇੱਕ, ਪਰ ਅਸੀਂ ਇਹ ਸਰੀਰ ਪਰਵਾਨ ਹੋਵਾ ਆਪਣੇ ਵਾਸਤੇ, ਹੁਣ ਅਸੀਂ ਤੇ ਕੋਈ ਉਸ ਉੱਥੇ ਜਾ ਕੇ ਕੀਤਾ ਨਹੀਂ ਹੈ ਨਾ, ਕਿਸੇ ਨੇ ਪਿੰਗਲਵਾੜਾ ਵੀ ਜਾ ਕੇ ਸੇਵਾ ਨਹੀਂ ਕੀਤੀ, ਅਪਰਚੁਨਿਟੀ ਨਹੀਂ ਮਿਲੀ, ਪਤਾ ਨਹੀਂ ਸਾਡੇ ਵਿੱਚੋਂ ਕੌਣ ਜਾਊਗਾ ਨਹੀਂ ਜਾਊਗਾ ਉਹਦੇ ਵਿੱਚ। ਸੋ ਉਹ ਵਾਲਾ ਜਿਹੜਾ ਆਪਣੇ ਤੇ ਟੁਕਾਣਾ ਡੇ ਟੂ ਡੇ ਵਾਲਾ, ਦੈਟ ਮੇਕਸ ਮੋਰ ਸੈਂਸ ਇੱਥੇ। ਉਹ ਤੁਹਾਡੇ ਉਹਦੇ ਵਿੱਚੋਂ ਜਿੱਦੀ ਵੀ ਅਵਸਥਾ ਬਣ ਜਾਏਗੀ ਨਾ, ਡੈਫੀਨੇਟਲੀ ਉੱਥੇ ਪਹੁੰਚ ਜਾਏਗਾ, ਉਹਦੇ ਵਾਸਤੇ ਕਿਸੇ ਨੂੰ ਕਹਿਣਾ ਨਹੀਂ ਪਏਗਾ। ਪਰ ਡੇ ਟੂ ਡੇ ਵਾਲਾ ਮਨਿੰਦਰ ਜੀ ਤੁਸੀਂ ਵਾਈਂਡ ਅਪ ਕਰਦੇ ਹੋ ਜੋ ਅਸੀਂ ਦੋ ਗੱਲਾਂ ਕੀਤੀਆਂ। Like inside, if you overcome any of your like bad habits, demerits, like your example, your anger, your ego, you overcome that with good thoughts and Baba Ji the wisdom now, then that is your real ਪਰਵਾਨਗੀ honor. ਰੱਬੀ ਦਰਗਾਹ ਵਿੱਚ ਪਰਵਾਨਗੀ ਹੋ ਗਈ, ਯੂ ਨੋ। ਸੋ ਐਵਰੀ ਡੇ ਆਪਣੇ ਆਪ ਨੂੰ ਸਕੇਲ ਦੇ ਉੱਤੇ ਮੇਜਰ ਕਰਨਾ, ਇਹ ਤੁਹਾਡੀ ਪਰਵਾਨਗੀ ਹੋ ਰਹੀ ਹੈ। ਐਂਡ ਜਿਹੜੀ ਵਰਡਲੀ ਆਨਰ ਹੈ, ਮੋਸਟ ਆਫ ਦਾ ਟਾਈਮ ਦੇ ਆਰ ਬਾਇਸਡ, ਨਾਟ ਆਲ ਦਾ ਟਾਈਮ, ਹੈ ਨਾ। ਇੱਕ ਬੰਦੇ ਨੂੰ ਔਰ ਹੈ ਵੀ ਇਹ, ਅਸੀਂ ਦੇਖਦੇ ਹਾਂ ਕਿ ਕਾਨ ਸਿੰਘ ਨਾਭਾ ਜੀ ਦੀ ਜਿਹੜੀ ਰਿਸਰਚ ਹੈ ਨਾ, ਕਿਉਂ ਇੰਨਾ ਟਾਈਮ ਦਬਾਈ ਰੱਖੀ ਇਹਨਾਂ ਨੇ, ਕਿਉਂ ਨਹੀਂ ਕੌਮ ਨੇ ਉਸ ਵਕਤ ਨਾਲ ਦੇ ਨਾਲ ਯੂਜ਼ ਕਰਨੀ ਸ਼ੁਰੂ ਕਰ ਦਿੱਤੀ। ਸੋ ਦੇयर ਇਜ਼ ਸਮਥਿੰਗ, ਯੂ ਨੋ, ਉਹ ਵਾਲਾ ਆਨਰ ਉਹਨਾਂ ਨੂੰ ਕਿਉਂ ਲੇਟ ਦਿੱਤਾ ਗਿਆ। ਸੋ ਕੁਐਸਚਨਿੰਗ ਹਮੇਸ਼ਾ ਉੱਠਦੀ ਹੈ ਕਿ ਵਰਡਲੀ ਆਨਰ ਦੇ ਪਿੱਛੇ, ਯੂ ਨੋ, ਦੇਣ ਵਾਲੇ ਬੰਦੇ ਦੀ ਆਪਣੀ ਐਲੀਵੇਸ਼ਨ ਹੈ, ਜੇ ਮੇਰੀ ਐਲੀਵੇਸ਼ਨ ਹੀ ਨਹੀਂ ਹੈ, ਆਈ ਐਮ ਨਾਟ ਗੋਇੰਗ ਟੂ ਚੂਜ਼ ਦ ਰਾਈਟ ਪਰਸਨਸ ਦੇਣ ਵਾਸਤੇ। Again, it's controlled by power, by It's money. controlled by power, money. It's all Yes, yes. profit thing. Yes. चलो तो मिलके पढ़ते हैं। ए नेत्रो मेरे हर तुम में जोत तली, हर बिन अवर न देखो कोई, हर बिन अवर न देखो कोई, नदी हर निहालिया, ये विश्व संसार तुम देख दे, ये हर का रूप है, हर रूप नदरी आया, गुर प्रसादी बुझिया, जहाँ देखा हर एक है, हर बिन अवर न कोई, कह नानक ए नेत्र अंध से, सतगुर मिलिया दिव्य दृष्ट होई। सो गुरु पातशाह जी ने सानू ਗਿਆਨ ਦੀ ਰੋਸ਼ਨੀ ਤੋਂ ਬਿਨਾ ਇਹਨਾਂ ਅੱਖਾਂ ਦੀ ਕੀਮਤ ਇਸ ਪੌੜੀ ਵਿੱਚ ਦੱਸ ਦਿੱਤੀ ਹੈ ਕਿ ਜਿਹਨਾਂ ਅੱਖਾਂ ਦੇ ਵਿੱਚ ਗਿਆਨ ਨਹੀਂ ਹੈ ਤੇ ਇਹ ਨੇਤਰ ਅੰਧ ਸੇ। ਸੋ ਕਿੱਥੇ ਜਾ ਕੇ ਉਹਨਾਂ ਨੇ ਕੰਪੈਰੀਜ਼ਨ ਕੀਤਾ ਹੈ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਸੋ ਅਗੇਨ ਅਸੀਂ ਇੱਥੇ ਫਿਰ ਕੁਐਸਚਨ ਕਰਾਂਗੇ ਕਿ ਇਹ ਜੋਤ ਜੋਤੀ ਜਿਹੜੀ ਦੇਖਣ ਵਾਲੀ ਹੈ या इनसाइट है या आईसाइट है? इनसाइट। यस, क्योंकि हर किसी विच रब देखण वास्ते सानू इनसाइट चाहिए है। आईसाइट नाल ते असीं दुनिया दा तमाशा देख सकते हैं, कौन गोरा है, कौन काला है, कौन लंबा है, कौन मोटा है, कौन पतला है, असीं ये देख सकते हैं। और उस पतले मोटे दे अंदर भी डिविनिटी रबता हैगी है, वो देखण वास्ते सानू उहदी जोत इनसाइट चाहिए है। हर बिन अवर ना देखो कोई, नदरी हर निहालिया। इतों मैं पौड़ी जो पढ़ती भी सी, मैं क्या यूथ में पौड़ी बड़ी ध्यान दे नाल पढ़ानी चाहिए, कुट कुट के ताकि अपने स्पाउस में चुनने वास्ते गलती ना कर दें, थोड़े डाइवोर्स रेट ही घट हो जाए। कितनी तरस आंदा कौम दे विच ना कि भी कितना यूथ सिख यूथ दे विच यू नो विक्टिम बन रहा है, भी अज्ञानता का ही शिकार हो रहे हैं। दे हैव नो आइडिया। जो सिलेक्ट करना सी हर किसी ने बाहरों अपनी ब्यूटी ਨੂੰ ਵਧਾਉਂਦਾ ਗਿਆ एंड देन इन द शॉर्ट टर्म यू नो दैट डिडंट वर्क। अंदर वास्ते उन्होंने को समा नहीं सी, and the today's world and media is making them more you know self-centered and egoistic, the kind of you know choices they do it, and as a result वो अपने रिश्ते लूज कर रहे हैं। कि साढ़े अमृतधारी ते कि नॉन अमृतधारी सारियां दे विच यू नो ये वाला किस्सा चलदा पिया। सो ए पौड़ियां जेकर पढ़न ते दैन वो जो स्पाउस चुनना है ते पहले देखण भी है जोत अंदर इन्हें किन्नी जाली हुई है।
ਸੈਕਿੰਡ ਤੌਰ ਦੇ ਉੱਤੇ ਦੇਖਣ ਜੋ ਨੰਬਰ 1 ਕਰਦੇ ਨੇ ਤੇ they will be better off in their relationship. ਹਰ ਨਿਹਾਲਿਆ, ਸੋ ਕੀ ਕਹਿ ਰਹੇ ਨੇ ਕਿ ਉਹਦੀ ਵਿਜ਼ਡਮ, ਨਦਰ ਕੀ ਇੱਥੇ ਉਸਦੀ ਵਿਜ਼ਡਮ ਯੂਜ਼ ਕਰਦੇ ਹੋਏ ਵਿਵੇਕਤਾ ਦਾ ਇਸਤੇਮਾਲ ਕਰਕੇ ਅਸੀਂ ਹਰ ਕਿਸੇ ਵਿੱਚ ਰੱਬਤਾ ਦੇਖ ਸਕਦੇ ਹਾਂ। ਇਹ ਵਿਸ ਸੰਸਾਰ ਤੁਮ ਦੇਖਦੇ, ਵਿਸ मतलब ਇਹ ਸਾਰਾ, ਇਹ हर का रूप है, ਇਹ ਹੈ ਤੇ ਉਸੇ ਦੀ ਇਮੇਜ ਹੈ, ਲੇਕਿਨ ਹਰ ਰੂਪ ਨਜ਼ਰੀ ਆਇਆ। ਲੇਕਿਨ ਹੁਣ ਇਹ ਜਦੋਂ ਉਸਨੇ ਦ੍ਰਿਸ਼ਟ ਦਿੱਤੀ ਆਪਣੀ ਅੰਦਰ ਤੇ ਇਹ ਵਾਲਾ ਰੂਪ ਉਹਦਾ ਨਜ਼ਰ ਆਣਾ ਸ਼ੁਰੂ ਹੋ ਗਿਆ। ਦੇਖੋ ਹਰ ਰੂਪ ਨਜ਼ਰੀ ਆਇਆ। ਜਦੋਂ ਅਸੀਂ ਪ੍ਰੈਕਟਿਸ ਕਰਾਂਗੇ ਨਾ ਤੇ ਡੈਫੀਨੇਟਲੀ ਇਹੋ ਜਿਹੇ ਬਿਜ਼ਨਸ ਦੇ ਵਿੱਚ, ਇਹੋ ਜਿਹੇ ਕੰਮ ਦੇ ਵਿੱਚ ਹੱਥ ਨਹੀਂ ਪਾਵਾਂਗੇ ਜਿਹੜੇ ਇਸ ਰੂਪ ਨੂੰ ਖਰਾਬ ਕਰਦਾ ਹੋਵੇ। ਸਿੱਖਾਂ ਨੂੰ ਇਹ ਚੀਜ਼ ਦੀਆਂ ਰਿਸਟ੍ਰਿਕਸ਼ਨਸ ਨਹੀਂ ਨੇ, ਤੂੰ ਇਹ ਕੰਮ ਨਾ ਕਰ, ਉਹਨੂੰ ਐਵੇਂ ਕਿ ਤੂੰ ਇਹ ਦੇਖਣਾ ਸ਼ੁਰੂ ਕਰ ਦੇ ਐਂਡ ਦੈਨ ਚੂਜ਼ ਕਿ ਵਾਟ ਇਜ਼ ਰਾਈਟ ਫॉर ਯੂ ਟੂ ਡੂ ਇਟ। ਕੋਡ ਆਫ ਕੰਡਕਟ ਨਹੀਂ ਹੈ ਇਹ ਕਰ ਇਹ ਨਾ ਕਰ। ਜਿਹੜੀ ਚੀਜ਼ ਇਸ ਇਮੇਜ ਨੂੰ ਹੈ ਨਾ ਸ੍ਰਿਸ਼ਟੀ ਦੀ ਖਰਾਬ ਕਰ ਰਹੀ ਹੈ ਉਹ ਤੂੰ ਆਪਣਾ ਜੀਵਨ ਦੀ ਹਿੱਸਾ ਨਾ ਬਣਾ। ਮੇਰੇ ਖਿਆਲ ਸਿੱਖ ਆਟੋਮੈਟਿਕਲੀ ਆਊਟ ਹੋ ਜਾਣਗੇ, ਹੈ ਨਾ। ਪਰ ਅੱਜ ਇਤਨੇ ਵੱਡੇ ਵੱਡੇ ਐਲਕੋਹਲ ਦੇ ਬਿਜ਼ਨਸ ਹੈਗੇ ਨੇ ਸਿੱਖਾਂ ਦੇ ਪੂਰੇ ਪੰਜਾਬ ਵਿੱਚ, ਕੀ ਵਰਲਡ ਵਾਈਡ ਹੈਗੇ ਨੇ। ਸੋ ਕਿਉਂਕਿ ਇਹ ਵਾਲੀ ਇਮੇਜ ਉਹਨਾਂ ਨੂੰ ਦਿਖਾਈ ਨਹੀਂ ਗਈ। ਕੀ ਤੁਸੀਂ ਕਹਿ ਰਹੀ, ਦੁਬਾਰਾ ਰਿਪੀਟ ਕਰੋ ਜੀ। ਮੈਂ ਕਹਿ ਰਹੀ ਹਾਂ ਕਿ ਜੇ ਇਹ ਵਿਜ਼ੀਬਲ ਕਰਨਾ ਹੈ ਰੱਬ ਨੂੰ, ਹਰ ਰੂਪ ਨਜ਼ਰੀ ਆਇਆ ਹੈ ਨਾ, ਇਸ ਸ੍ਰਿਸ਼ਟੀ ਦੇ ਵਿੱਚ ਨਜ਼ਰ ਆ ਗਿਆ ਉਹਦਾ ਰੂਪ, ਤੇ ਦੈਨ ਆਟੋਮੈਟਿਕਲੀ ਸਿੱਖ ਜਿਹੜਾ ਹੈਗਾ ਇਹ ਜਿਹੜਾ ਬਾਣੀ ਪੜ੍ਹ ਰਿਹਾ ਗੁਰੂ ਦੀ, तो अपने प्रोफेशन ਨੂੰ ਇਸ ਹਿਸਾਬ से चूज करेगा ना कि इसके अंदर डिस्ट्रक्शन ना करे, वो डिक्की नहीं करेगा ना। अल्कोहल वाला ठीक करके नॉट ओनली अल्कोहल वाला, एनीथिंग ਜਿਹੜੀ ਕਿ ਜਾਂ ਹੋਰ ਵੀ ਕੋਈ ਜਿਹੜਾ ਵੀ ਜਿਹਦੇ ਵਿੱਚ ਵੀ ਮੰਨ ਲਓ ਆਪਣਾ ਸ੍ਰਿਸ਼ਟੀ ਜਿਹੜੀ ਹੈ ਉਹ ਖਰਾਬ ਹੋ ਰਹੀ ਹੈ। ਹਾਂਜੀ, ਜਿਹੜਾ ਆਪਾਂ ਲਾਲਚ ਦੇ ਅੰਦਰ ਆ ਕੇ ਭਾਵੇਂ ਕੋਈ ਫਾਰਮਰ ਹੀ ਹੋਵੇ, ਇੱਕ ਹੋ ਗਿਆ ਛੋੜ ਦਿਓ ਪੈਸਟੀਸਾਈਡ ਵਾਲਾ ਜਿਹੜੇ ਗਰੋ ਕਰ ਰਹੇ, ਅਸੀਂ ਕੈਮੀਕਲਸ ਇਤਨੇ ਵੱਡੇ ਵੱਡੇ ਬਿਜ਼ਨਸ ਬਣਾ ਕੇ ਡੰਪ ਕਰਕੇ ਲੋਕਾਂ ਨੂੰ ਮਾਰੀ ਜਾ ਰਹੇ ਹਾਂ, ਉਹ ਪੈਸਾ ਅਸੀਂ ਬੈਂਕਾਂ ਵਿੱਚ ਬੰਦ ਕਰੀ ਜਾ ਰਹੇ ਹਾਂ। ਵਾਟ ਆਰ ਵੀ ਡੂਇੰਗ ਟੂ ਹਿਊਮੈਨਿਟੀ ਨਾ। ਆਮ ਕਰਕੇ ਜਿਹੜਾ ਵਿਸ ਦਾ ਮਤਲਬ ਜ਼ਹਿਰ ਨਹੀਂ ਹੁੰਦਾ। ਹਾਂ, ਵਿਸ ਦਾ ਮਤਲਬ ਜ਼ਹਿਰ ਹੁੰਦਾ ਹੈ ਆਮ ਕਰਕੇ, ਪਰ ਇੱਥੇ ਸਾਰਾ ਹੈ। ਪਰ ਮਹਾਨ ਕੋਸ਼ ਦੇ ਵਿੱਚ ਇੱਥੇ ਵਿਸ ਦੇ ਹਿਸਾਬ ਸੇ ਮੇਰੇ ਖਿਆਲ ਸਾਰਾ ਹੀ ਟੁਕੜਿਆ ਸੀ, ਸਾਰਾ ਹੀ, ਹਾਂ ਸਾਰਾ ਹੀ ਟੁਕੜਿਆ, ਸਾਰਾ ਵੀ ਹੁੰਦਾ ਹੈ ਮਤਲਬ। ਹਾਂਜੀ, ਸਾਰਾ ਵੀ ਹੁੰਦਾ। ਲਿਖਾਂਗੇ ਕਿਸ ਤਰ੍ਹਾਂ ਜੀ ਵੀ ਹੁਣ ਜੋ ਉਸਨੇ ਦ੍ਰਿਸ਼ਟੀ ਦਿੱਤੀ ਹੈ ਪੂਰੀ, ਹਾਂ ਜੇ ਤੁਹਾਨੂੰ ਪੂਰਾ ਦਿਸ ਰਿਹਾ ਹੈ, ਦਿਸਦਾ ਸੰਸਾਰ ਦਿਸ ਰਿਹਾ ਹੈ, ਇਹ ਹਰ ਕਾ ਰੂਪ ਹੈ ਤੇ ਤੈਨੂੰ ਗਿਆਨ ਦੇ ਨਾਲ, ਵਿਜ਼ਡਮ ਦੇ ਨਾਲ ਇਹ ਨਜ਼ਰ ਵਿੱਚ ਆ ਗਿਆ, मतलब ਤੈਨੂੰ ਵੀ ਦਿਸ ਪਿਆ। ਦੇਖੋ ਕਮਲ, ਮੈਂ ਕਹਿ ਦਿੱਤਾ ਕਿ ਇਸ ਤਰ੍ਹਾਂ ਚੀਜ਼ ਹੈ, ਲੇਕਿਨ ਤੁਸੀਂ ਕਹਿੰਦੇ ਮੈਨੂੰ ਤੇ ਨਹੀਂ ਦਿਸ ਰਹੀ। ਸੋ ਕਹਿਣਾ ਤੇ ਇੱਕ ਪੁਆਇੰਟ ਹੈ, ਬਟ ਨਜ਼ਰ ਆ ਜਾਣਾ ਉਸ ਤਰੀਕੇ ਦੇ ਨਾਲ ਇਹ ਤੁਹਾਡੀ ਗਰੋਥ ਹੈ। ਗੁਰ ਪ੍ਰਸਾਦੀ ਕਿਵੇਂ ਨਜ਼ਰ ਆਇਆ? ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ। ਬੁੱਝਿਆ ਕੀ ਹੁੰਦਾ ਹੈ? ਜਿਵੇਂ ਬੁਝਾਰਤ, ਬੁੱਝੀ ਕਹਿੰਦੇ ਨਾ, ਪੜੀਏ ਨਾ ਹੀ ਭੇਦ, ਬੁੱਝੀਏ ਪਾਵਣਾ, ਬੁਝਣਾ ਪਹਿਲੀ ਨੂੰ ਸਮਝਣਾ। ਹਰ ਇੱਕ ਹੈ ਹਰ ਬਿਨ ਅਵਰ ਨ ਕੋਈ, ਕਹੇ ਨਾਨਕ ਇਹ ਨੇਤਰ ਅੰਗ ਸੇ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ। ਮੈਂ ਦਿਵ ਦ੍ਰਿਸ਼ਟ ਵਾਸਤੇ ਦੇਖੋ ਨੀਚੇ ਕੀ ਲਿਖਿਆ, ਦਿਵ ਦ੍ਰਿਸ਼ਟ ਜਾਗੈ परम चुकाई। दिव दृष्ट की है जेड़ी परम दा पर्दा खोल देती है। ओके, सो थोड़ा जिहा जिन्होंने नहीं बोलिया अज वो बोलन कि आईसाइट जिहड़ी अखां वाली देखते हैं ਅਤੇ ਇਨਸਾਈਟ ਜਿਹਨੂੰ ਅਸੀਂ ਦਿਵ ਦ੍ਰਿਸ਼ਟ ਇੱਥੇ ਸਮਝ ਰਹੇ ਹਾਂ, ਦੋਨਾਂ ਦੇ ਵਿੱਚ ਥੋੜਾ ਜਿਹਾ ਫਰਕ, ਜਿਵੇਂ ਅਸੀਂ ਪਿੱਛੇ ਕੀਤਾ ਸੀ ਵਰਲਡਲੀ ਓਨਰ ਔਰ ਡਿਵਾਈਨ ਓਨਰ। ਆਪਣੀ ਆਈਜ਼ ਦਾ ਜਿੱਦਾਂ ਆਪਾਂ ਦੇਖਦੇ ਹਾਂ, ਸਾਰਾ ਸੰਸਾਰ ਦੇਖਦੇ ਹਾਂ, ਕੋਈ ਕੀ ਕਰਦਾ, ਜਿਵੇਂ ਤੁਸੀਂ ਐਗਜ਼ਾਮਪਲ ਪਹਿਲੇ ਦੇ ਰਹੇ, ਕੋਈ ਮੋਟਾ, ਕੋਈ ਪਤਲਾ, ਕੋਈ ਲੰਮਾ, ਛੋਟਾ, ਕਾਲਾ। ਇੱਕ ਸੈਂਸ ਹੈਗੀ ਜੋ ਪਰਸੀਵ ਕਰਦੀ ਹੈ ਅੱਖ ਨੂੰ,
ਰਾਈਟ ਜਾਂ ਕੋਈ ਕੀ ਕਰਦਾ, ਕਿੰਨਾ ਪੜ੍ਹਿਆ, ਕੋਈ ਨਹੀਂ ਪੜ੍ਹਿਆ। ਤੇ ਵਰਸਸ ਇਨਸਾਈਟ ਹੈਗੀ ਹੈ ਸਾਡੀ ਉਹ ਦਿਲ ਦ੍ਰਿਸ਼ਟ ਜਿਹੜੀ, ਉਹ ਸਾਡੀ ਲਿਆਕਤ, ਸਿਆਣਪ, ਗੁਰੂ ਦੀ ਰੂਹਾਨੀ ਪ੍ਰਕਾਸ਼ ਜਿਹੜਾ ਸਾਡੇ ਅੰਦਰ, ਜਿਹਦੇ ਕਰਕੇ ਅਸੀਂ ਗਲਤ ਠੀਕ ਤੇ ਚੰਗੇ ਮਾੜੇ ਦੀ ਅਸੀਂ ਵੱਖ ਕਰ ਸਕਦੇ ਹਾਂ, ਕੀ ਠੀਕ ਆ ਕੀ ਨਹੀਂ ਠੀਕ, ਕੀ ਗਲਤ ਆ, ਕੀ ਕਰਨਾ ਚਾਹੀਦਾ। ਨੰਬਰ ਗੁਰਬਾਣੀ ਦੇ ਮਾਰਗ ਤੇ ਚੱਲਦੇ ਹੋਏ ਕੀ ਠੀਕ ਕਰਨਾ, ਕਿਵੇਂ ਕਰਨਾ। ਠੀਕ ਹੈ, ਜਿਹਦੇ ਵਿੱਚ ਥੋੜੀ ਜਿਹੀ ਪਛਾਣ ਦੀ ਸ਼ਕਤੀ ਹੁੰਦੀ ਹੈ, ਉਹ ਕਹਿ ਰਹੇ ਨੇ ਕਿ ਉਹ ਇਨਸਾਈਟ ਹੁੰਦੀ ਹੈ। ਵੈਰੀ ਗੁੱਡ। ਇਨਸਾਈਟ ਦੇ ਵਿੱਚ ਇੰਟਰੋਸਪੈਕਸ਼ਨ ਆ ਜਾਂਦੀ ਹੈ, ਜਿਹੜੀ ਅਸੀਂ ਆਪਣੀ ਗੁਰਬਾਣੀ ਨੇ ਪੂਰੀ ਉਹਦੇ ਵਿੱਚ ਆਪਾ ਚੀਨੇ ਦੀ ਗੱਲ ਕੀਤੀ ਹੈ। ਆਪਾ ਚੀਨੇ ਕਹਿੰਦੇ ਆ ਇੰਟਰੋਸਪੈਕਸ਼ਨ ਨੂੰ, ਉਹ ਇਨਸਾਈਟ ਵਿੱਚ ਆ ਜਾਂਦੀ ਹੈ। ਬਟ ਜਿਹੜੇ ਲੋਕੀ ਸ਼ੁਰੂ ਤੋਂ ਹੀ ਬਲਾਈਂਡ ਹੈਗੇ ਹੈ ਹੈਨਾ, ਹਾਂ, ਤੇ ਉਹਨਾਂ ਦਾ ਕੀ ਹੈਗਾ? ਇਨਸਾਈਟ ਉਹਨਾਂ ਕੋਲ ਵੀ ਹੈ। ਇਨਸਾਈਟ ਤਾਂ ਹੈ ਨਾ, ਉਹਨਾਂ ਦੇਖੋ ਹੁਣ ਆਈਸਾਈਟ ਨਹੀਂ ਹੈਗੀ ਉਹਨਾਂ ਕੋਲ, but they can't make out the difference। ਬੁਰਾ ਭਲਾ ਜੋ ਵੀ ਹੈਗਾ, ਜਾਂ ਕਿਸੇ ਨੂੰ ਵੀ ਜਿਵੇਂ ਆਪਾਂ ਕਹਿੰਦੇ ਆ ਵੀ ਕਾਲਾ ਗੋਰਾ ਇਹ ਉਹ, so they can't figure out। ਇਹ ਤਾਂ ਆਪਾਂ ਨੂੰ ਬਾਹਰ ਦੀਆਂ ਅੱਖਾਂ ਹੀ ਦੱਸਣਗੀਆਂ, ਪਰ ਉਹਨਾਂ ਦੀ ਜਿਹੜੀ ਲਿਆਕਤ ਉਹ ਤਾਂ ਗੱਲਬਾਤ ਲਿਆਕਤ ਹੈਗੀ ਹੈ, ਇਨਸਾਈਟ ਇਜ਼ देयर। ਪਤਾ ਚੱਲ ਜਿਹੜਾ ਕੰਪੈਰੀਜ਼ਨ ਆ ਉਹ ਆਪਾਂ ਵਰਲਡ ਤੇ ਉਹਦਾ ਨਹੀਂ ਨਾ ਕਰ ਰਹੇ। ਹਾਂ, ਆਪਾਂ ਕਰ ਰਹੇ ਹਾਂ ਦਿਲ ਦ੍ਰਿਸ਼ਟ ਦੇ ਨਾਲ, ਤੁਹਾਨੂੰ ਚੰਗਾ ਮਾੜਾ ਤੁਹਾਨੂੰ ਚੂਜ਼ ਕਰਨਾ ਆ ਜਾਂਦਾ, ਸਹੀ ਰਸਤਾ ਕਿਹੜਾ। ਉਹ ਤਾਂ ਉਹ ਵੀ ਤਾਂ ਹਿਊਮਨ ਦੀ ਪਾਰਟੀ ਹੈ ਨਾ, ਸੋਸਾਇਟੀ ਦੀ ਪਾਰਟੀ ਹੈਗੀ ਹੈ। ਜਿਵੇਂ ਹੁਣ ਇੰਡੀਆ 'ਚ ਕੋਈ ਬਲਾਈਂਡ ਹੈਗਾ, ਉਹਨੂੰ ਤਾਂ ਕੋਈ ਪੁੱਛ ਕੇ ਰਾਜੀ ਨਹੀਂ ਹੈਗਾ, ਠੀਕ ਹੈ ਨੀ, ਉਹ ਸੋਸਾਇਟੀ ਤੋਂ ਪਰੇ ਚਲਾ ਜਾਂਦਾ ਹੈਗਾ, ਜਾਂ ਤਾਂ ਉਹ ਭੀਖ ਮੰਗਣਗੇ ਜਾਂ ਕੁਝ ਹੋਰ ਕਰਨਗੇ। ਤੇ ਮੇਰੇ ਖਿਆਲ what we are talking about is कि a person who has according to Gurbani, ਤੁਸੀਂ ਹਾਂ ਨਹੀਂ insight ਦਾ ਕੀ ਮਤਲਬ ਹੈ ਕਿ when you learn something through Guru's gyan, how does that give you an insight? That means that you can, when you look at a person, you don't judge a person by just looking at a person, then you try to analyze their qualities. So insight means कि when you understand this person despite whatever his, ਕੋਈ ਆਪਾਂ ਕਹਿੰਦੇ ਆ ਕਰੂਪ ਹੈ ਜੋ ਵੀ ਹੈ, ਅਸੀਂ ਉਹਦੀ ਫਿਜ਼ੀਕਲ ਫਾਰਮ ਨਹੀਂ ਦੇਖਦੇ, ਪਰ ਉਸ ਇਨਸਾਨ ਦੇ ਗੁਣ ਦੇਖਦੇ ਆ। ਇੰਜ ਲੈ ਲੈਂਦੇ ਨੇ, ਐਗਜ਼ਾਮਪਲ ਬਣਾ ਲੈਂਦੇ ਆ ਆਮ ਦਾ, ਮੈਂਗੋ ਦਾ, ਹੈ ਨਾ, ਕਿ ਮੈਂਗੋ ਬਾਹਰੋਂ ਰਸੀਲਾ, ਦੇਖਣ 'ਚ ਸੋਹਣਾ, ਐਵਰੀਥਿੰਗ ਸਭ ਕੁਝ, ਖਾਣ 'ਚ ਵੀ ਟੇਸਟ, ਠੀਕ ਹੈ। ਹੁਣ ਅਗਲਾ ਪੁਆਇੰਟ ਕੀ ਆਇਆ ਕਿ ਉਹ ਇਹ ਮੈਂਗੋ ਬਹੁਤ ਜ਼ਿਆਦਾ ਖਾਓ ਤੇ ਗਰਮੀ ਕਰ ਦਿੰਦਾ ਹੈ। ਦਿਸ ਇਜ਼ ਦ ਇਨਸਾਈਟ। ਟੂ ਮਚ ਮੈਂਗੋ ਵਿਲ ਕ੍ਰੀਏਟ, ਹੈ ਨਾ, heat in the blood. This is not insight ਹੋ ਗਈ। So ਅੰਦਰ ਦਾ ਨੇਚਰ, ਕਿਸੇ ਚੀਜ਼ ਦਾ ਅੰਦਰੂਨੀ ਹੈ ਨਾ ਨੇਚਰ ਕੀ ਹੈ ਜਾਣਨਾ। ਹਾਂ, ਕਿਸੇ ਵੀ ਕੁਝ ਵੀ ਹੈਪਨਿੰਗ ਹੁੰਦੀ ਹੈ, ਉਸ ਦੇ ਅੰਦਰ ਨੂੰ ਪਛਾਣਨਾ ਜਿਹੜਾ ਹੈ। ਆਈ ਸਾਈਟ ਨਾਲ ਅਸੀਂ ਦੇਖ ਲਿੱਤਾ ਕਿ ਇਹ ਦੋ ਬੰਦਿਆਂ ਦਾ ਰਿਲੇਸ਼ਨਸ਼ਿਪ ਹੈ। ਇਨਸਾਈਟ ਆਈਜ਼ ਦੇ ਨਾਲ ਵੀ ਟਰਾਈ ਟੂ ਸੀ that relationship ਦੀ ਕੀ ਐਕਸਟੈਂਟ ਹੈ, you know, what is making them come closer, what is making them, you know, so that's the other part of it. ਜਾਂ ਕੋਈ ਵੀ ਅਸੀਂ ਚੀਜ਼ ਦੇਖਦੇ ਹਾਂ ਤੇ ਉਹਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਮੈਜਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਜਿਹੜੀ ਮੈਜਰਮੈਂਟ ਆ, ਜਿਹੜੀ ਸਕੇਲ ਆ, ਜੇ ਅਸੀਂ ਗੁਰਬਾਣੀ ਨੂੰ ਸਕੇਲ ਬਣਾ ਲਈਏ ਹਰ ਇੱਕ ਚੀਜ਼ ਨੂੰ ਮੈਜਰ ਕਰਨ ਦੀ, ਉਹ ਸਾਡੀ ਫਿਰ ਇਨਸਾਈਟ ਬਣ ਜਾਏਗੀ ਸਾਡੀ। ਉਹਨਾਂ ਦਾ ਵੀ ਪੁਆਇੰਟ ਵੈਲਿਡ ਸੀਗਾ ਜਿਸ ਤਰੀਕੇ ਨਾਲ ਉਹ ਕਹਿ ਰਹੇ। ਮੈਨੂੰ ਲੱਗਦਾ ਕਿ ਜਿਵੇਂ ਹੁਣ ਜਿਹਦੇ ਕੋਲੇ ਬਾਹਰ ਦੀਆਂ ਅੱਖਾਂ ਹੈ ਨਹੀਂ ਗੀਆਂ ਫਿਜ਼ੀਕਲ, ਉਹਨਾਂ ਦੇ ਨਾਲ ਮਤਲਬ ਬੁਰਾ ਵਿਹਾਰ ਕੀਤਾ ਜਾਂਦਾ, ਤੁਸੀਂ ਇਹ ਕਹਿ ਰਹੇ ਹੋ ਹਨਾ, ਤਾਂ ਉਹ ਇਹ ਆ ਵੀ ਉਹ ਇੱਕ ਦੂਜੀ ਸੋਸਾਇਟੀ ਦੇ ਲੋਕ ਉਹ ਵਾਲੇ ਕਰ ਰਹੇ ਨੇ ਜਿਹਨਾਂ ਕੋਲੇ ਇਨਸਾਈਟ ਨਹੀਂ ਹੈ ਨਾ, ਉਹੀ ਉਹ ਕਰ ਰਹੇ ਨੇ। ਪਰ ਜੇ ਉਹਦੇ ਕੋਲੇ ਇਨਸਾਈਟ ਹੋਊਗੀ ਤਾਂ ਉਹ ਬੰਦਾ ਮਤਲਬ ਸਿਰਫ ਇਹ ਦੇਖ ਕੇ ਕਿ ਇਹਦੇ ਕੋਈ ਅੱਖਾਂ ਤੋਂ ਅੰਨਾ ਹੈ, ਇਹ ਸੋਚ ਕੇ ਉਹਦੇ ਇਹ ਨਹੀਂ ਕਿ ਮੈਂ ਚੱਲ ਪਰਾਂ ਜਾ ਕੇ ਬੈਠ ਜਾਣਾ, ਮੈਂ ਇਹਦੇ ਨਾਲ ਕੀ ਗੱਲ ਕਰੂੰਗਾ। ਉਹ ਕੋਸ਼ਿਸ਼ ਕਰੂਗਾ ਮੈਂ ਇਹਨੂੰ ਵੀ ਫਰੋਲਾਂ ਦੇਖਾਂ, ਮੈਂ ਸ਼ਾਇਦ ਇਹ ਮੇਰਾ ਵੀ ਚੰਗਾ ਦੋਸਤ ਬਣ ਜਾਏ, ਇਹਦੇ ਕੋਲੇ ਕੀ ਗੁਣ ਹੈ। ਸੋ ਇਟ ਡਿਪੈਂਡਸ ਔਨ, ਕਿਉਂਕਿ ਸਾਡੇ ਕੋਲੇ ਉਹ ਮਿਸਿੰਗ ਹੈ ਤਾਂ ਕਰਕੇ ਅਸੀਂ ਉਹਨਾਂ ਨੂੰ ਬੁਰਾ ਵਿਹਾਰ ਕਰਦੇ ਹਾਂ। ਸੋ ਅਸੀਂ ਸਿਰਫ ਫਿਜ਼ੀਕਲੀ ਵੇਖਦੇ ਹਾਂ ਨਾ। ਸੋ ਕਹੇ ਨਾਨਕ ਇਹ ਨੇਤਰ ਅੰਧ ਸੇ, ਅੰਧ ਮਤਲਬ ਕੀ ਹੋਇਆ, ਜਦ ਤੱਕ ਸਾਨੂੰ ਡਿਲੂਜ਼ਨਸ ਨੇ, ਡਾਊਟ ਨੇ, ਭਰਮ ਨੇ, ਅਸੀਂ ਅੰਨੇ ਹੀ ਆ ਗੁਰਬਾਣੀ ਮੁਤਾਬਕ। ਸੋ ਕਿਉਂ ਅੰਧਾ ਆਖੀਏ ਜੀ ਹੁਕਮੇ ਅੰਧਾ ਹੋਏ, ਨਾਨਕ ਹੁਕਮ ਨਾ ਜਾਣੇ
ਅੰਧਾ ਕਈਏ ਸੋਏ, ਕਹਿੰਦੇ ਨਿਯਮਾਵਲੀ ਵਿੱਚ ਕਿਸੇ ਦੀ ਅੱਖ ਖਰਾਬ ਹੋ ਗਈ ਤੇ ਉਹਨੂੰ ਅੱਖ ਚਲੀ ਗਈ, ਉਹਨੂੰ ਅੰਧਾ ਨਹੀਂ ਕਹਿੰਦੇ। ਪਰ ਜਿਸ ਮਨੁੱਖ ਦੀ ਇਹ ਅੱਖ ਹੈ ਵੀ ਉਸਨੇ ਹੁਕਮ ਨੂੰ ਨਹੀਂ ਬੂਝਿਆ, ਅੰਧਾ ਕਈਏ ਸੋਏ। ਅੰਧੇ ਇਹ ਨਾ ਆਖੀਏ ਜਿਨ ਜੇ ਮੁਖ ਹੁਕਮ ਲੋਹੇ ਹਾਂ ਉਹ ਵੀ ਹੈਗਾ, ਜਿਨ ਮੁਖ ਲੋਹੇ ਨਾ ਆਏ। ਹਾਂਜੀ। ਸੋ ਗੁਰੂ ਪਾਤਸ਼ਾਹ ਜੀ ਦੇ ਮੁਤਾਬਕ ਸਪਿਰਚੁਅਲਿਟੀ ਔਰ ਅਧਿਆਤਮ ਮੁਤਾਬਕ ਅਸੀਂ ਅੱਜ ਵੀ ਅੰਨੇ ਹਾਂ। ਅਸੀਂ ਹੁਣ ਡਿਸਕਸ ਕਰ ਰਹੇ ਹਾਂ ਕਿ ਉਹ ਅੰਨੇ ਨੇ ਕਿਉਂਕਿ ਅਸੀਂ ਆਪਣੇ ਭਰਮ ਦੇ ਪਰਦੇ ਨਹੀਂ ਖੋਲਣਾ ਚਾਹੁੰਦੇ। आओ जी 37 वाली पढ़िए। ए ਸਰਵਣੋ ਮੇਰਿਓ ਸਚੈ ਸੁਨੇ ਨੋ ਬਠਾਈ, ਸਚੈ ਸੁਨੇ ਨੋ ਬਠਾਈ, ਸਰੀਰ ਲਾਇ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸੁਹਾਣੀ, ਸਚ ਅਲਖ ਵਡਾਣੀ, ਤਾਕੀ ਗਤ ਕਹੀ ਨਾ ਜਾਏ, ਕਹੈ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸਚੈ ਸੁਣੈ ਨੋ ਪਠਾਈ। ਗੁਰੂ ਪਾਤਸ਼ਾਹ ਜੀ ਨੇ ਪਿੱਛੇ ਗੱਲ ਕੀਤੀ ਸੀ ਕਿ ਜਦੋਂ ਮੈਨੂੰ ਰਿਅਲਾਈਜ਼ ਹੋਇਆ, ਜਦੋਂ ਮੇਰੇ ਅੰਦਰ ਸੱਚ ਰੱਬ ਵਸਿਆ, ਤਾਂ ਮੈਂ ਇਹ ਸਰੀਰ ਦੇ ਅੰਗ ਜਿਹੜੇ ਪਤਾ ਨਹੀਂ ਕਿਹੜੇ ਕਿਹੜੇ ਪਾਸੇ ਲੱਗੇ ਹੋਏ ਸਨ, ਮੈਂ ਸਾਰਿਆਂ ਨੂੰ ਐਡਰੈਸ ਕਰਕੇ ਉਹਨਾਂ ਦਾ ਵੀ ਫੰਕਸ਼ਨ ਕੰਮ ਯਾਦ ਕਰਵਾਇਆ, ਉਹਨਾਂ ਦਾ ਮੁੱਲ ਉਹਨਾਂ ਨੂੰ ਯਾਦ ਕਰਵਾਇਆ ਕਿ ਤੁਹਾਡਾ ਮੁੱਲ ਕਿੰਨਾ ਹੈ। ਸੋ ਨੇਤਰਾਂ ਤੋਂ ਬਾਅਦ ਕਿਨੂੰ ਮੁੱਲ ਪਵਾ ਰਹੇ ਨੇ? ਕੰਨਾਂ। ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ, ਇਸੀ ਕਰਕੇ ਤੁਸੀਂ ਸਰੀਰ ਦੇ ਨਾਲ ਲਗਾਏ ਹੋ ਸੁਣੋ ਸਤ ਬਾਣੀ। ਹੁਣ ਪ੍ਰਸ਼ਨ ਆਉਂਦਾ ਹੈ, ਪੂਰੀ ਬਹੁਤ ਸਿੰਪਲ ਹੈ ਸਾਡੇ ਕੋਲ। ਇੱਕ ਸੁਣੋ ਸਤ ਬਾਣੀ, ਇੱਕ ਬਾਣੀ ਤੇ ਅਸੀਂ ਸੁਣਦੇ ਹਾਂ ਜਿਹੜੀ ਟੀਵੀ, ਰੇਡੀਓ, ਕੀਰਤਨ, ਦਰਬਾਰ ਵਗੈਰਾ ਵਿੱਚ ਜਾ ਕੇ, ਪਰ ਕਿਉਂਕਿ ਗੁਰਬਾਣੀ ਯੂਨੀਵਰਸਲ ਹੈ, ਹਰ ਜਗ੍ਹਾ ਤੇ ਹੋ ਸਕਦਾ ਉਹ ਵਾਲੀ ਬਾਣੀ ਤਾਂ ਅਵੇਲੇਬਲ ਨਹੀਂ ਹੋਏਗੀ। ਸੋ ਸੁਣੋ ਸਤ ਬਾਣੀ ਕੀ ਮੈਸੇਜ ਦੇ ਰਹੇ ਨੇ। ਹੁਣ ਇਸ ਤਰ੍ਹਾਂ ਲਗਾਣਾ ਟੁਕਾਣਾ ਭੁੱਲ ਜਾਈਏ ਨਾ ਕਿ ਗੁਰੂ ਗ੍ਰੰਥ ਸਾਹਿਬ ਦੇ 1430 ਪੰਨਿਆਂ ਦੀ ਗੱਲ ਕਰ ਰਹੇ ਨੇ, ਨਹੀਂ, ਇਹਨੂੰ ਤੇ ਹੁਣ ਅਸੀਂ ਥੋੜਾ ਜਿਹਾ ਐਕਸਟੈਂਡ ਕਰਨਾ ਸਿੱਖੀਏ। ਸੁਣੋ ਸਤ ਬਾਣੀ, ਅੱਗੇ ਕਹਿ ਰਹੇ ਨੇ ਜਿਤ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸ ਸਮਾਣੀ। ਦਿਸ ਇਜ਼ ਸੋ ਬਿਊਟੀਫੁਲ। ਦੇਖੋ ਗੱਲ, ਸਾਨੂੰ ਪਤਾ ਹੈ ਕਿ ਜਿਹੜਾ ਮਨੁੱਖ ਧਰਤੀ ਦੇ ਉੱਤੇ ਡੰਪ ਪੈਦਾ ਹੁੰਦਾ ਹੈ, ਸੁਣ ਨਹੀਂ ਸਕਦਾ, ਉਹ ਬੋਲ ਵੀ ਨਹੀਂ ਸਕਦਾ ਕੁਦਰਤ ਦੇ ਨਿਯਮ ਦੇ ਵਿੱਚ। ਦੈਟ ਮੀਨਸ ਕੀ ਹੋਇਆ? ਸਾਡੀ ਰਸਨਾ, ਸਾਡੀ ਜ਼ੁਬਾਨ ਨੇ ਰਸ ਖੋ ਦਿੱਤਾ ਕਿਉਂਕਿ ਅਸੀਂ ਸੁਣਿਆ ਗਲਤ ਸੀ। See the connection? ਸਾਡੀ ਰਸਨਾ ਸੱਚ ਵਿੱਚ ਨਹੀਂ ਸਮਾਈ, ਮਿੱਠੀ ਰਸੀਲੀ ਨਹੀਂ ਬਣੀ। ਅਸੀਂ ਕਿਸੇ ਨੂੰ ਕਹਿੰਦੇ ਆ ਕਿ ਤੂੰ ਮਿੱਠਾ ਬੋਲ, ਜਦ ਤੱਕ ਉਹ ਗਲਤ ਸੁਣ ਰਿਹਾ ਹੈ ਉਹ ਕਿਵੇਂ ਮਿੱਠਾ ਬੋਲੇ? ਸਾਨੂੰ ਉਹਦੀ ਸੁਣਿਆ ਫਿਕਸ ਕਰਨੀ ਪੈਣੀ ਹੈ ਨਾ। ਸੋ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਕੀ ਸੁਣਨਾ ਹੈ? ਉਹ ਸੁਣਨਾ ਹੈ ਜਿਹਦੇ ਨਾਲ ਤੇਰਾ ਮਨ ਤਨ ਹਰਿਆ, ਮਤਲਬ ਨਿਰੋਆ ਹੋ ਜਾਏ, ਫਰੈਸ਼ ਹੋ ਜਾਏ। ਐਂਡ ਆਟੋਮੈਟਿਕਲੀ ਜੇ ਤੂੰ ਸੱਚ ਸੁਣ ਲਿੱਤਾ ਨਾ, तेरी जबान मिठा ही बोलेगी। So they are interconnected very strongly. किसी भी पर्सन ने अपनी बोली ਨੂੰ ਇੰਪਰੂਵ ਕਰਨਾ ਹੈ, ਉਸ ਦਾ ਫੋਕਸ ਸੁਣਨ ਤੇ ਹੋਣਾ ਚਾਹੀਦਾ ਹੈ। ਇਹ ਸੁਣਨ ਦੀ ਸਾਡੀ ਪਰਿਭਾਸ਼ਾ ਵੀ ਹੈ, ਕਿਉਂਕਿ ਹੁਣ ਤੱਕ ਜਿਹੜਾ ਅਸੀਂ ਸੁਣ ਰਹੇ ਹਾਂ ਉਹ ਅਸੀਂ ਕੰਡੀਸ਼ਨਲ ਸੁਣ ਰਹੇ ਹਾਂ, ਜਿੰਨਾ ਮੈਂ ਸੁਣਨਾ ਚਾਹੁੰਦਾ ਹਾਂ। ਉਹ ਕਹਿੰਦੇ ਨੇ in every listening there is a threat that I might have to change.
if there is no threat of evolution, I am okay to listen. So ਇਹ ਥ੍ਰੈਟ ਜਿਹੜਾ ਸਾਨੂੰ ਉਹਨਾਂ ਸੁਣਨ ਨਹੀਂ ਦਿੰਦਾ, ਜਾਂ ਫਿਰ ਸੁਣਨ ਵਕਤ ਅਸੀਂ ਸੁਣਦੇ ਹੀ ਕਿੰਨਾ ਵਾ, ਜਿੰਨਾ ਹਿੱਸਾ ਮੈਨੂੰ ਅੱਜ ਚਾਹੀਦਾ ਹੈ ਮੇਰੇ ਜ਼ਿੰਦਗੀ ਵਾਸਤੇ। ਫॉर एग्जांपल ਮੈਂ ਅੱਜ 5 ਬਿਮਾਰੀਆਂ ਦੀ ਗੱਲ ਕਰਾਂ, ਅੱਜ ਤੁਸੀਂ ਪਾਰਟਿਕੂਲਰਲੀ ਪੰਜਾਂ ਵਿੱਚੋਂ ਇੱਕ ਜਿਹੜੀ ਜਿਸ ਨਾਲ ਸਫਰ ਕਰ ਰਹੇ ਹੋ ਤੁਸੀਂ 19 ਸੁਣ ਲੋਗੇ, ਬਾਕੀ 4 ਦੀ ਕੇਅਰ ਹੀ ਨਹੀਂ ਕਰੋਗੇ। ਸੋ ਸੁਣਨਾ ਇਜ਼ ਵੈਰੀ ਵੈਰੀ ਸਾਡੇ ਵਾਸਤੇ ਬਿਗ ਚੈਲੰਜ ਹੈਗਾ ਹੈ, ਕਿਉਂਕਿ ਸੁਣਨ ਤੋਂ ਭਾਵ ਹੀ ਇਹ ਹੈ ਕਿ ਮੈਨੂੰ ਰੀਪਰੋਡਿਊਸ ਕਰਨਾ ਹੈ ਇਵੈਂਚੁਅਲੀ। ਸੁਣਨਾ ਮੀਨਸ ਵਿਚ ਮੇਕਸ ਮੀ ਲਰਨ। ਜਦ ਤੱਕ ਜਿਹੜੀ ਚੀਜ਼ ਨੇ ਮੈਨੂੰ ਸਿਖਾਇਆ ਨਹੀਂ, that means ਉਸ ਨੂੰ ਮੈਂ ਸੁਣਿਆ ਨਹੀਂ। ਅਸੀਂ ਨੀਚੇ ਜਿਹੜੀ ਐਕਸਰਸਾਈਜ਼ ਦਿੱਤੀ ਹੈ, ਰਿਫਲੈਕਸ਼ਨ ਔਨ ਹੀਅਰਿੰਗ ਵਰਸਸ ਲਿਸਨਿੰਗ, ਹੀਅਰਿੰਗ ਤੇ ਆਟੋਮੈਟਿਕਲੀ ਚੱਲ ਰਹੀ ਹੈ, ਉਹਦੇ ਵਿੱਚ ਤੁਸੀਂ ਕੋਈ ਅਟੈਂਸ਼ਨ ਦੀ ਲੋੜ ਨਹੀਂ, ਕੋਈ ਕੰਪਰੀਹੈਂਡ ਕਰਨ ਦੀ ਲੋੜ ਨਹੀਂ, ਕੁਝ ਨਹੀਂ ਹੈ, ਦੈਟਸ ਗੋਇੰਗ ਔਨ। ਪਰ ਜਿੱਥੇ ਆ ਜਾਂਦੀ ਹੈ ਲਿਸਨਿੰਗ, ਉੱਥੇ ਹੈਗੀ ਹੈ ਕਿ ਮੈਂ ਇਸ ਨੂੰ ਪ੍ਰੋਸੈਸ ਕਰ ਸਕਾਂ, ਦਿਮਾਗ ਦੇ ਵਿੱਚ ਪ੍ਰੋਸੈਸ ਹੋ ਕੇ ਰੀਪਰੋਡਿਊਸ ਵੀ ਕਰ ਸਕਾਂ। ਐਂਡ ਦੈਨ ਐਨੀ ਐਂਡ ਐਵਰੀ ਲਿਸਨਿੰਗ ਜਿਹੜੀ ਹੈ that ultimately relates to my change in my situation। ਹਰ ਲਿਸਨਿੰਗ ਦੇ ਪਿੱਛੇ ਕੀ ਹੁੰਦਾ ਹੈ? ਸੁਣਿਆ, ਮੰਨਿਆ, ਮਨ ਕੀਤਾ, ਭਾਵ ਇਮੋਸ਼ਨ ਨੂੰ ਪਕੜਨਾ ਹੁੰਦਾ ਹੈ, that is called ਸੁਣਿਆ। ਜੇ ਗੁਰਬਾਣੀ ਵਿੱਚ ਉਸ ਇਮੋਸ਼ਨ ਨੂੰ ਅਸੀਂ ਕੈਚ ਨਹੀਂ ਕਰ ਸਕਦੇ, ਹੈ ਨਾ, ਸੁਣ ਯਾਰ ਹਮਾਰੇ ਸੱਜਣ, ਹੁਣ ਇਮੋਸ਼ਨ ਹੈ ਨਾ, ਇੱਕ ਕਰੋ ਬੇਨਤੀ। ਹੁਣ ਜੇ ਇਹ ਵਾਲਾ ਇਮੋਸ਼ਨ ਮੈਂ ਕ੍ਰੀਏਟ ਨਹੀਂ ਕੀਤਾ, then my listening is not there। ਸੋ ਹਰ ਲਿਸਨਿੰਗ ਦੇ ਨਾਲ ਪਿੱਛੇ ਜਿਹੜਾ ਇਮੋਸ਼ਨ ਹੈ, ਉਹਦੇ ਬਿਨਾ ਉਹ ਲਿਸਨਿੰਗ ਅਧੂਰੀ ਹੈ। ਕੀ ਤੁਕ ਸੀ? ਸੁਣ ਯਾਰ ਹਮਾਰੇ ਸੱਜਣ, ਇਮੋਸ਼ਨ ਪਾਇਆ ਨਾ ਬੜਾ ਵੱਡਾ। ਐਂਡ ਜਿਤਨੇ ਵੀ ਤੁਸੀਂ ਪ੍ਰੀਤ ਦੇ ਸ਼ਬਦ ਪੜ੍ਹ ਲਓ, ਸਾਰੇ ਹੀ ਭਾਵ ਪਿੱਛੇ ਪਾਇਆ ਹੋਇਆ ਹੈ। ਸੋ ਜਦ ਤੱਕ ਅਸੀਂ ਉਸ ਇਮੋਸ਼ਨ ਨੂੰ ਨਾਲ ਕੈਚ ਨਹੀਂ ਕਰਦੇ, ਸਾਡੇ ਵਾਸਤੇ ਸੁਣਿਆ ਨਹੀਂ ਹੈ। ਜੇ ਸੁਣਿਆ ਨਹੀਂ ਹੈ ਤੇ ਸਾਡੇ ਵਾਸਤੇ ਰਸਨਾ ਰਸੀਲੀ ਵੀ ਨਹੀਂ ਹੈ। ਸੋ ਇਸ ਪੌੜੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਸੱਚ ਅਲਖ ਵਿਡਾਣੀ। ਅਲਖ ਕੀ ਹੁੰਦਾ? ਜਿਹੜਾ ਦਿਸਦਾ ਨਹੀਂ ਹੈ, ਦਿਸਦਾ ਨਹੀਂ ਹੈ, ਤਾਂ ਕਿ ਗਤ ਕਹੀ ਨਾ ਜਾਏ। ਜਿਹੜਾ ਸਾਡਾ ਮਾਸਟਰ ਹੈ, ਸਾਡਾ ਕਰਤਾ ਹੈ। ਵਿਡਾਣੀ ਮੀਨਸ ਬਹੁਤ ਹੀ ਵੰਡਰਸ ਹੈ, ਉਹਦੇ ਬਾਰੇ ਮੈਂ ਐਕਸਪਲੇਨ ਨਹੀਂ ਕਰ ਸਕਦਾ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ। ਕੀ ਸੁਣੋ? ਜਿਹਦੇ ਨਾਲ ਤੇਰਾ ਮਨ ਅੰਮ੍ਰਿਤ ਹੋ ਜਾਵੇ, ਆਤਮਿਕ ਮੋਤੇ ਨਾ ਮਰੇ, ਡਿਵਾਈਨ ਸਪਿਰਿਟ ਪੈਦਾ ਹੋ ਜਾਵੇ, ਪਵਿੱਤਰ ਹੋ, ਸਾਚੇ ਸੁਣਨੇ ਨੂੰ ਪਠਾਏ। ਸੋ ਗੁਰੂ ਪਾਤਸ਼ਾਹ ਜੀ ਸਾਨੂੰ ਇਸ ਪੌੜੀ ਵਿੱਚ ਸੁਣੇ ਦੀ ਅਵਸਥਾ ਤੇ ਦੁਬਾਰਾ ਲੈ ਕੇ ਆ ਰਹੇ ਨੇ, ਜਿਹਨੂੰ ਇੰਗਲਿਸ਼ ਵਿੱਚ ਅਸੀਂ ਲਿਸਨਿੰਗ ਕਹਿੰਦੇ ਆ, ਜਿਹਨੂੰ ਅਸੀਂ ਕਹਿੰਦੇ ਆ ਪੈਸਿਵ ਲਿਸਨਰ ਐਂਡ ਐਕਟਿਵ ਲਿਸਨਰ। ਸੋ ਸਾਨੂੰ ਐਕਟਿਵ ਲਿਸਨਰ ਬਣਾ ਰਹੇ ਨੇ। ਐਕਟਿਵ ਲਿਸਨਿੰਗ ਹੈ ਤੇ ਸਾਡੇ ਅੰਦਰ ਪਰਿਵਰਤਨ ਆਏਗਾ ਹੀ ਆਏਗਾ। ਐਂਡ ਤੁਸੀਂ ਇੱਕ ਦਿਨ ਸਾਰੇ ਪ੍ਰਚਾਰਕ ਬਣੋਗੇ ਹੀ ਬਣੋਗੇ। You will be able to express it definitely, ਚਾਹੇ ਰਾਈਟਿੰਗ ਵਿੱਚ, ਚਾਹੇ ਸਪੀਕਿੰਗ ਵਿੱਚ, ਚਾਹੇ ਗਾ ਕੇ, ਬਟ ਤੁਸੀਂ ਉਸਨੂੰ ਰੀਪਰੋਡਿਊਸ ਕਰੋਗੇ। ਇਹੀ ਇਸ ਦਾ ਭਾਵ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।